ਹੈਲੋ ਐਂਡ ਵੈਲਕਮ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਮੈਂ ਹਾਂ ਹਰਜੋਤ ਕੌਰ ਤੇ ਅੱਜ ਆਪਾਂ ਸਪੈਸ਼ਲੀ ਫੋਕਸ ਕਰਾਂਗੇ ਜੀ ਕੈਨੇਡਾ ਦੇ ਉੱਪਰ ਕੀ ਅਪਡੇਟਸ ਨੇ, ਕਦੋਂ ਫਲਾਈਟ ਸ਼ੁਰੂ ਹੋਣਗੀਆਂ ਤੇ ਆਖਿਰ ਜੋ ਪਿਛਲੇ ਇੰਨੇ ਸਮੇਂ ਤੋਂ ਰਿਫਿਊਜ਼ਲਸ ਆ ਰਹੀਆਂ ਸੀ ਲਗਾਤਾਰ, ਉਹਨਾਂ ਦੀ ਰੋਕ ਕਦੋਂ ਹੋਏਗੀ। ਕੀ ਕੈਨੇਡਾ ਨੂੰ ਹੁਣ ਇੰਟਰਨੈਸ਼ਨਲ ਸਟੂਡੈਂਟ ਦੀ ਜ਼ਰੂਰਤ ਨਹੀਂ ਹੈ? ਇਹਨਾਂ ਸਾਰੇ ਸਵਾਲਾਂ ਦੇ ਉੱਪਰ ਅੱਜ ਫੋਕਸ ਕਰਾਂਗੇ ਤੇ ਸਾਡੇ ਨਾਲ ਡਿਸਕਸ਼ਨ ਦੇ ਲਈ ਸਟੂਡੀਓ ਵਿੱਚ ਮੌਜੂਦ ਹਨ ਜੀ ਗੋ ਗਲੋਬਲ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਮਿਸਟਰ ਨਵਨੀਤ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਧੰਨਵਾਦ ਤਕਨੀਕੀ ਟੀਮ ਦਾ ਜੀ। ਸਭ ਤੋਂ ਨਿੱਘਾ ਧੰਨਵਾਦ ਕੈਮਰੇ ਦੇ ਪਿੱਛੇ ਖੜੇ ਤੇ ਟੀਵੀ ਚੈਨਲਾਂ ਦੇ ਪਿੱਛੇ ਬੈਠੇ ਭੈਣ ਭਰਾਵਾਂ ਦਾ, ਜਿਨ੍ਹਾਂ ਰਾਹੀਂ ਤੁਹਾਡੇ ਰੂਬਰੂ ਹੁੰਨਾ। ਤੇ ਦੇ ਦਿਲੋਂ ਧੰਨਵਾਦ ਪਿਆਰ ਤੇ ਹੱਲਾਸ਼ੇਰੀ ਦੀ ਜਿਹੜੇ ਟੀਵੀ ਸ਼ੋਅ ਦੇਖ ਕੇ ਕਾਲਸ ਕਰਦੇ ਆ। ਲਾਈਵ ਕਾਲ ਦਾ ਸਿਲਸਿਲਾ ਵੀ ਸਟਾਰਟ ਕਰਾਂਗੇ ਜੀ। ਕੈਨੇਡਾ, US, UK ਇਹ ਤਿੰਨ ਹੌਟ ਬਰਨਿੰਗ ਟੌਪਿਕਸ ਹੈ ਜਿਹਦਾ ਵਪਾਰੀਕਰਨ ਕੀਤਾ ਜਾ ਰਿਹਾ ਪੰਜਾਬ 'ਚ। ਅੱਜ ਵਿਦੇਸ਼ ਜਾਣ ਦੇ ਕਾਰੋਬਾਰ ਨੂੰ ਇੱਕ ਝੂਠ ਦਾ ਕਾਰੋਬਾਰ ਮੰਨਿਆ ਜਾਂਦਾ ਹੈ। ਇੱਕ ਨੋਬਲ ਕੰਮ, ਇੱਕ ਕੰਸਲਟੈਂਟ ਜਾਂ ਇੱਕ ਕਾਲਜ ਇੱਕ ਪਰਿਵਾਰ ਦੀ ਜ਼ਿੰਦਗੀ ਬਦਲਣ 'ਚ ਮਦਦ ਕਰਦਾ ਹੈ, ਬਟ ਉਹ ਕਠਗੜੇ 'ਚ ਖੜਾ ਕਿਉਂਕਿ ਕੰਸਲਟੈਂਟ ਲੌਬੀ ਦੀ ਆਪਣੀ ਗਲਤੀ ਹੈ। ਆਈ ਹੋਈ ਰਿਫਿਊਜ਼ਲ ਦਾ ਵਪਾਰੀਕਰਨ, UK ਬੰਦ ਹੋਣ ਦੇ ਕਾਰਨ ਜਿਹੜਾ ਲੋਕਾਂ ਦਾ ਸਾਹਮਣਾ ਬੰਦ ਹੈ, ਜਾਂ USA ਵੀਜ਼ਾ ਕਿਉਂ ਦੇਗਾ, ਇਹ ਜਾਣਨ ਦੀ ਅੱਜ ਬਹੁਤ ਵੱਡੀ ਲੋੜ ਹੈ ਜੀ। ਬਿਲਕੁਲ ਲਾਈਨ ਵਾਈਜ਼ ਆਪਾਂ ਗੱਲ ਕਰਦੇ ਹਾਂ। ਆਪਾਂ ਪਹਿਲਾਂ ਕੈਨੇਡਾ ਤੋਂ ਸ਼ੁਰੂਆਤ ਕਰੀਏ ਕਿਉਂਕਿ ਸਟੂਡੈਂਟਸ ਦੀ ਪਹਿਲੀ ਪਸੰਦ ਹਮੇਸ਼ਾ ਹੀ ਕੈਨੇਡਾ ਰਿਹਾ। ਤਾਂ ਫਿਰ ਕੈਨੇਡਾ ਨੂੰ ਲੈ ਕੇ ਅਗਰ ਲੇਟੈਸਟ ਅਪਡੇਟਸ ਦੀ ਗੱਲ ਕਰੀਏ, ਪਿੱਛੇ ਬਹੁਤ ਸਾਰੇ ਰਿਫਿਊਜ਼ਲ ਆਏ। ਕੈਨੇਡਾ ਨੂੰ ਨਾ ਆਪਾਂ ਨੂੰ ਰਿਵਾਈਂਡ ਕਰਨਾ ਪਊਗਾ ਲਗਭਗ ਆਪਾਂ ਨੂੰ ਐਂਡ ਆਫ ਦਾ ਜੂਨ 26-27 ਜੂਨ ਨੂੰ ਇੱਕ ਮਹਾਮਾਰੀ ਕਹਿ ਲਓ ਜਾਂ ਕਹਿਰ ਸ਼ੁਰੂ ਹੁੰਦਾ ਹੈ ਕਿ ਰਿਫਿਊਜ਼ਲਸ ਆਉ ਜੀ। ਐਡੀਆਂ ਰਿਫਿਊਜ਼ਲ ਜਿਸ ਦਿਨ ਪੂਰੇ ਪੰਜਾਬ ਨੇ ਕੰਸਲਟੈਂਟ ਦੇ ਝੰਡੇ ਲਾਏ ਹੋਏ ਸੀ, ਕੈਨੇਡਾ ਦੇ ਅਗਲੇ ਨੇ ਮਾਂਜ ਕੇ ਬਿਠਾ ਦਿੱਤੇ, ਵਿਹਲੇ ਕਰਤੇ। ਬਹੁਤ ਵੱਡੀ ਰਿਫਿਊਜ਼ਲ, ਬਹੁਤ ਵੱਡੀ ਰਿਫਿਊਜ਼ਲ ਹੁੰਦੀ ਹੈ। 14 ਤਰੀਕ ਨੂੰ ਇੱਕ ਵੈਬੀਨਾਰ ਹੁੰਦਾ ਹੈ। 14 ਤਰੀਕ ਨੂੰ ਵੈਬੀਨਾਰ ਦੇ ਵਿੱਚ ਸਵਾਲ ਉੱਠਦੇ ਨੇ, ਕਿਊਬੈਕ ਦੇ ਐਕਸਟਰਾ ਪੇਪਰ ਮੰਗਾਏ ਜਾਂਦੇ ਆ ਤੇ ਕੰਸਲਟੈਂਟ ਕਹਿੰਦੇ ਆ ਵੀ ਕਿਊਬੈਕ ਹੁਣ ਡਿਕਲਾਈਨ ਕਰੂਗਾ ਕਿਉਂਕਿ ਕਾਗਜ਼ ਮੰਗ ਲਏ। ਰਾਈਟ, ਮੈਂ ਉਦੋਂ ਵੀ ਕਟਾਕਸ਼ ਕੀਤਾ ਸੀ ਕਿ ਜੇ ਅੰਬੈਸੀ ਨੇ ਡਿਕਲਾਈਨ ਕਰਨਾ, ਉਹਨੂੰ ਮੇਰੇ ਤੋਂ ਹੋਰ ਕਾਗਜ਼ ਮੰਗਣ ਦੀ, ਮੇਰੀਆਂ ਮਿੰਨਤਾਂ ਕਰਨ ਦੀ ਜਾਂ ਬਹਾਨੇ ਬਣਾਉਣ ਦੀ ਲੋੜ ਨਹੀਂ ਹੈ। ਅੰਬੈਸੀ ਡਿਸਾਈਡ ਕਰ ਸਕਦੀ। ਸੋ 14 ਤਰੀਕ ਵੈਬੀਨਾਰ ਹੋਇਆ ਜੀ। ਵੈਬੀਨਾਰ ਦੇ ਵਿੱਚ ਕਿਹਾ ਗਿਆ ਰਿਫਿਊਜ਼ਲ ਦੀ ਗੱਲ ਨਹੀਂ ਕੀਤੀ ਗਈ, ਹਿੰਦੁਸਤਾਨ ਨੂੰ ਪ੍ਰਾਇੋਰਟੀ ਦੇਣ ਦੀ ਗੱਲ ਕੀਤੀ ਗਈ। ਜਿੱਥੇ ਕਟਾਕਸ਼ ਕੀਤਾ ਗਿਆ ਕਿ SOPs ਵੀਕ ਲੱਗਦੀਆਂ ਨੇ, ਕਾਪੀਡ ਲੱਗਦੀਆਂ ਨੇ। ਜਿੱਥੇ ਕੋਰਸ ਰੈਲੇਵੈਂਸ ਦੀ ਗੱਲ ਕੀਤੀ ਗਈ, ਪਹਿਲੀ ਵਾਰੀ ਕਿਹਾ ਗਿਆ ਕਿ VO ਵੀਜ਼ਾ ਆਫਿਸਰ ਜਿਹੜਾ ਹੈਗਾ ਉਹ ਤੁਹਾਡੀ SOP ਵੀ ਰੀਡ ਕਰੂਗਾ, ਤੁਹਾਡੇ ਹਾਲਾਤਾਂ ਦਾ ਪ੍ਰਗਟਾਵਾ ਵੀ ਜਾਣਨਾ ਚਾਹੂਗਾ ਔਰ ਗੂਗਲ ਦੀ ਕਾਪੀਡ ਨਾ ਹੋਣ। ਸੋ ਕਿਤੇ ਨਾ ਕਿਤੇ ਉਹ AI ਡਿਸੀਜਨ ਸੀ, ਇੰਨੀ ਡਿਕਲਾਈਨ ਜਾਂ ਉਹਨਾਂ ਦੀ ਕੋਈ ਪ੍ਰੋਸੈਸ ਦਾ ਪਾਰਟ ਸੀ, ਰੱਬ ਜਾਣਦਾ। ਫਿਰ 3-4-5 ਦਿਨਾਂ ਬਾਅਦ ਲੋਕਾਂ ਦੇ ਮੂੰਹ ਤੇ ਸਮਾਈਲ ਆਉਂਦੀ ਹੈ। ਮੇਰੇ ਵੀ ਲਾਈਵ ਸ਼ੋਅ ਦੇ ਵਿੱਚ ਮੈਂ ਕਿਸੇ ਨੂੰ ਹੱਸ ਰਿਹਾ ਸੀ, ਮੈਂ ਕਿਹਾ ਅੱਜ ਮੈਂ ਹੱਸਣ ਜੋਗਾ ਹੋ ਗਿਆ ਕਿਉਂਕਿ ਰਿਫਿਊਜ਼ਲਸ ਤੋਂ ਬਾਅਦ ਪਾਸਪੋਰਟ ਆਣੇ ਸ਼ੁਰੂ ਹੋਏ। PPRs ਦੀ ਰਿਕੁਐਸਟ ਜਿਹਨੂੰ ਆਪਾਂ ਹਾਲੇ ਕਹਿ ਰਹੇ ਹਾਂ, ਔਰ ਫਿਜ਼ੀਕਲ ਪਾਸਪੋਰਟ ਵੀ ਆ ਗਏ। ਅਸੀਂ ਬਹੁਤੇ ਨਹੀਂ ਦਿਖਾਏ ਕਿਉਂਕਿ ਕਿਸੇ ਦੇ ਘਰੇ ਦੀਵਾਲੀ ਹੋਵੇ, ਦੂਜੇ ਘਰੇ ਮਾਤਮ ਹੋਵੇ, ਰੌਲਾ ਨਹੀਂ ਪਾਈਦਾ ਹੁੰਦਾ। ਗਵਾਂਢ 'ਚ ਵੀ ਆਪਾਂ ਸ਼ਰਮ ਕਰ ਲੈਂਦੇ ਹਾਂ ਵੀ ਯਾਰ ਅਗਲੇ ਦੇ ਘਰੇ ਮਾਤਮ ਆ, ਮੇਰੇ ਘਰੇ ਲੜੀਆਂ ਨਾ ਹੀ ਲਾਵਾਂ। ਅਸੀਂ ਪਿੰਡਾਂ 'ਚ ਮੱਲਿਆਂ 'ਚ ਦੇਖਦੇ ਆਏ ਹਾਂ। ਸੋ ਵਪਾਰੀਕਰਨ ਮੈਂ PPRs ਦਾ ਨਹੀਂ ਕੀਤਾ। ਲੋਕਾਂ ਨੇ ਫਿਰ ਲਾਈਨਾਂ ਦਿਖਾਤੀਆਂ ਕਿ ਕੰਸਲਟੈਂਟ ਭੁੱਲ ਗਏ, ਬਟ ਰਿਫਿਊਜ਼ ਹੋਏ, ਅਭਾਗੇ ਰਿਫਿਊਜ਼ ਹੋਏ। ਬਹੁਤ ਮਨਭਾਗੀ ਸੀਗੀ, ਅਭਾਗੀ ਅਸਰ ਸੀਗਾ, ਜਾਂ ਵੀ ਮੈਂ ਕਹੂੰਗਾ ਕਿ ਸ਼ਰਮਨਾਕ ਦੌਰ ਸੀ ਕਿਸੇ ਵੀ ਕੰਸਲਟੈਂਟ ਨੂੰ, ਬੱਚੇ ਨੂੰ ਫੇਸ ਕਰਨਾ। ਬਟ ਅੱਜ ਕੀ ਹੈ, ਅੱਜ ਉਸ ਤੋਂ ਬਾਅਦ ਮੇਰੇ ਕੋਲੇ, ਮੈਂ ਲੋਕਾਂ ਦੇ ਕਹੇ ਤੇ ਨਹੀਂ ਜਾਂਦਾ ਜੀ, ਮੇਰੇ ਕੋਲ ਜਿਹੜੇ ਸੋ ਕਾਲਡ ਬਲੈਕ ਲਿਸਟਡ ਕਾਲਜ ਸੀ, ਸੋ ਕਾਲਡ, ਜਦਕਿ ਕੋਈ ਬਲੈਕ ਲਿਸਟਿੰਗ ਦੀ IRCC ਵੱਲੋਂ ਅਪਡੇਟ ਨਹੀਂ ਸੀ। ਰਾਈਟ, ਸਾਡੇ ਕੰਸਲਟੈਂਟਸ ਨੇ ਕਿਹਾ ਉਹਨਾਂ ਚੋਂ 3 ਕਾਲਜਾਂ ਦੇ ਵੀਜ਼ੇ ਹਾਸਲ ਕੀਤੇ ਨੇ ਔਰ ਰਿਫਿਊਜ਼ਲਾਂ ਵੀ ਲਿੱਤੀਆਂ। ਕੱਲੇ ਵੀਜ਼ੇ ਨਹੀਂ ਹਾਸਲ ਕੀਤੇ, ਰਿਫਿਊਜ਼ਲ ਵੀ ਲਿੱਤੀ ਹੈ। ਦੈਟ ਮੀਨਸ ਡਿਸੀਜਨ ਆਣੇ ਸ਼ੁਰੂ ਹੋਏ। ਸੋ ਪਹਿਲਾਂ ਤਾਂ ਲੋਕਾਂ ਦੇ ਇੱਕ ਮਨ 'ਚ ਹੈ ਜੀ 6 ਤਰੀਕ ਤੋਂ ਬਾਅਦ, ਜੇ ਮੇਰੇ ਕੋਲ ਗੱਲ ਹੋਈ ਕਿਸੇ ਆਪਣੇ ਰਿਸ਼ਤੇਦਾਰ ਨਾਲ, ਅੱਜ ਕਹਿੰਦੇ 6 ਤੱਕ ਤਾਂ ਆ ਹੀ ਜਾਊਗਾ। ਮੈਂ ਕਿਹਾ ਉਹਨਾਂ ਨੇ ਕਦੋਂ ਕਿਹਾ ਵੀ 6 ਤੱਕ ਨਾ ਦੇਾਂਗੇ, ਤੁਹਾਡੀ ਕਿਵੇਂ ਦੇ ਲਾਂਗੇ। ਦੂਜੀ ਗੱਲ, ਉਹਨਾਂ ਨੇ ਇੱਕ ਸੈਮੀਨਾਰ 'ਚ ਕਲੀਅਰ ਕਿਹਾ ਸੀ, ਵੈਬੀਨਾਰ 'ਚ, ਕਿ ਕੰਪਲੀਟ ਐਪਲੀਕੇਸ਼ਨਸ ਲੌਜਡ ਬਿਫੋਰ 15th of the May। ਰਾਈਟ, ਸੋ ਕਿਤੇ ਨਹੀਂ ਕਿਹਾ ਗਿਆ ਵੀ ਫਾਈਲ ਲਾਈ ਜਾਵੇ, ਉਹਦੇ ਆਧਾਰ ਤੇ ਇਕੱਲੇ ਵੀਜ਼ਾਸ ਆਉਣਗੇ ਔਰ ਆਊਟਕਮਸ ਨੇ ਰਫਤਾਰ ਫੜੀ ਹੈ, ਇਕੱਲੀ PPR ਨੇ ਨਹੀਂ ਫੜੀ। ਜੀ ਬਿਲਕੁਲ। ਸੋ ਇਸ ਦੇ ਨਾਲ ਹੀ ਸਾਰੇ ਦਰਸ਼ਕਾਂ ਨੇ ਵੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਹੈ। ਪਹਿਲੇ ਕਾਲਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਸਿਮਰਨ, ਥੋੜਾ ਜਿਹਾ ਟੀਵੀ ਸਕਰੀਨ ਤੋਂ ਦੂਰ ਹੋ ਕੇ ਗੱਲ ਕਰਨਾ, ਤਾਂ ਤੁਹਾਡੀ ਆਵਾਜ਼ ਇਕੋ ਕਰੇਗੀ। ਥੋੜਾ ਜਿਹਾ ਟੀਵੀ ਤੋਂ ਦੂਰ ਹੋ ਕੇ। ਜੀ जी सर, मैं सिमरन बात कर रही हूँ। मैं ना जस्ट कंफर्म करना सी, मैं अपने लोकल एजेंट को अप्लाई किया सी। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਜਲੰਧਰ ਤੋਂ ਹੀ ਗੱਲ ਕਰ ਰਹੀ ਹਾਂ। ਹਾਂਜੀ।
ਮੇਰੀ ਨਾ ਰਿਫਿਊਜ਼ਲ ਆ ਗਈ ਹੈ ਸਰ। ਮੈਂ 6.5 ਬੈਂਡ ਤੇ ਪੀਆਰ ਦਾ ਕੇਸ ਕੀਤਾ ਸੀਗਾ ਜੀ ਅੱਛਾ ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ ਕਿ ਰਾਜੇ, ਤੁਸੀਂ ਕੀ ਪੜ੍ਹੇ ਹੋਏ ਹੋ? ਕੰਸਲਟੈਂਟ ਨੇ ਤੁਹਾਡੀ ਐਸਓਪੀ ਕਿੰਨੀ ਕਲਾਈ ਸੀਗੀ? ਕੰਸਲਟੈਂਟ ਕੋਈ ਮਾੜਾ ਨਹੀਂ ਚੰਗਾ ਨਹੀਂ, ਮੈਂ ਕਦੀ ਨਹੀਂ ਕਹੂੰਗਾ ਕਿ ਲੋਕਲ ਕੰਸਲਟੈਂਟ ਜਾਂ ਇੱਕ ਦਫ਼ਤਰ ਵਾਲਾ ਮਾੜਾ ਹੈ ਤੇ 20 ਦਫ਼ਤਰਾਂ ਵਾਲਾ ਚੰਗਾ। ਮੈਂ ਵੀ ਕਦੀ ਇੱਕ ਦਫ਼ਤਰ ਤੋਂ ਸ਼ੁਰੂਆਤ ਕੀਤੀ ਸੀ। ਮੈਨੂੰ ਵੀ ਅੱਜ ਤੱਕ ਯਾਦ ਹੈ ਅਨੁਜ ਬਿਸਟ ਨਿਊਜ਼ੀਲੈਂਡ ਦਾ ਪਹਿਲਾ ਬੱਚਾ ਮੇਰੇ ਕੋਲ ਆਇਆ ਸੀ, ਗੁਰਰਾਜ ਬਲ ਕੈਨੇਡਾ ਦਾ ਪਹਿਲਾ ਬੱਚਾ ਮੇਰਾ, ਛੋਟਾ ਜਿਹਾ ਆਫਿਸ ਦੇਖ ਕੇ ਜਿੱਥੇ ਪਾਣੀ ਪਿਆਉਣ ਵਾਲਾ ਵੀ ਨਹੀਂ ਹੁੰਦਾ ਸੀ, ਉਦੋਂ ਪਰਿਵਾਰ ਮੇਰੇ ਨਾਲ ਜੁੜੇ ਸੀ। ਸੋ ਮੈਂ ਕਿਸੇ ਨਵੇਂ ਕੰਸਲਟੈਂਟ ਦੇ ਜਿਹਨੇ ਅੱਜ ਕੰਮ ਸ਼ੁਰੂ ਕੀਤਾ, ਮੈਂ ਘੱਟੋ ਘੱਟ ਕਟਾਕਸ਼ ਨਹੀਂ ਕਰਦਾ। ਰਿਫਿਊਜ਼ਲਾਂ ਮੇਰੇ ਕੋਲੇ ਵੀ ਆਉਂਦੀਆਂ। ਸੋ ਤੂੰ ਆਪ ਦੀ ਕੁਆਲੀਫਿਕੇਸ਼ਨ ਪੂਰੀ ਸਮਝਾ। ਜਾਂ ਸੌਰੀ, ਮੇਰੇ ਤੋਂ ਗੱਲ ਕਰਦੇ ਕਰਦੇ ਕਾਲ ਕੱਟਿਆ ਗਿਆ ਜੀ, ਆਪਾਂ ਅਗਲੀ ਕਾਲ ਲੈ ਲੈਣੇ। ਬੇਟਾ ਤੁਸੀਂ ਮੈਨੂੰ ਮਿਲ ਸਕਦੇ ਹੋ ਬ੍ਰਾਂਚ ਆ ਕੇ ਜੀ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਸਿਮਰਨ ਗੱਲ ਕਰ ਰਹੀ ਹਾਂ ਹਾਂ ਮੋਗਾ ਤੋਂ। ਜੀ, ਤੁਹਾਡੀ ਹੁਣੇ ਗੱਲ ਹੋ ਕੇ ਹਟੀ ਹੈ ਨਾ? ਹੈਲੋ ਨਹੀਂ, ਉਹ ਸਿਮਰਨ ਤੁਸੀਂ ਪਹਿਲਾਂ ਬੇਟਾ ਮੋਗਾ ਤੋਂ ਬੋਲ ਰਹੇ ਹੋ ਕਿ ਜਲੰਧਰ ਤੋਂ ਬੋਲ ਰਹੇ ਹੋ? ਸਰ ਮੈਂ ਮੋਗਾ ਤੋਂ। ਹਾਂਜੀ ਹਾਂਜੀ ਹਾਂਜੀ, ਤੁਹਾਡੇ ਵਾਲੇ ਨਾਮ ਵਾਲੇ ਬੱਚੇ ਦਾ ਹੁਣੇ ਇੱਕ ਫੋਨ ਆ ਕੇ ਹਟਿਆ ਸੀਗਾ ਜੀ। ਹਾਂਜੀ, ਕੀ ਸਵਾਲ ਹੈ ਬੇਟਾ? ਹਾਂਜੀ ਸਰ, ਮੈਂ ਇਹ ਪੁੱਛਣਾ ਸੀ ਕਿ ਮੈਂ ਆਇਲਸ ਕਰਨੀ ਹੈਗੀ ਆ। ਰਾਈਟ ਬੇਟਾ, ਕੀ ਪੜ੍ਹੀ ਹੋਈ ਹੈ, ਕੀ ਕੁਆਲੀਫਿਕੇਸ਼ਨ ਹੈ? ਇੰਗਲਿਸ਼ ਮੀਡੀਅਮ 'ਚ ਪੜ੍ਹੀ ਹੈ, ਪੰਜਾਬੀ ਮੀਡੀਅਮ 'ਚ ਪੜ੍ਹੀ ਹੈ? ਕਿਹੜੀ ਕਲਾਸ ਤੱਕ ਅੰਗਰੇਜ਼ੀ ਮਦਰ ਲੈਂਗੁਏਜ ਤਾਂ ਨਹੀਂ ਆਪਣੀ, ਪਰ ਫਸਟ ਲੈਂਗੁਏਜ ਕਦੋਂ ਹੋਈ ਸੀ? ਹਾਂਜੀ ਸਰ, ਮੈਂ ਪਲੱਸ 2 2018 ਵਿੱਚ ਕੀਤੀ ਹੈ। ਰਾਈਟ, ਉਸ ਆਰਟਸ ਦੇ ਨਾਲ। ਹਾਂਜੀ ਸਰ, ਬਟ ਬਾਅਦ ਚੋਂ ਮੈਂ ਕੁਝ ਨਹੀਂ ਕੀਤਾ ਹੈਗਾ। ਰਾਈਟ, 2018 ਜਿਹੜੀ ਪਲੱਸ 2 ਹੈ ਪੰਜਾਬ ਬੋਰਡ ਤੋਂ ਹੈ ਸੀਬੀਐਸਈ ਤੋਂ ਹੈ? ਸਰ ਪੰਜਾਬ ਬੋਰਡ ਤੋਂ। ਸੋ ਜੇ ਤੂੰ ਆਇਲਸ ਕਰਨੀ ਹੈ, ਸਭ ਤੋਂ ਵੱਡੀ ਗੱਲ ਸਾਡੀਆਂ ਪਹਿਲਾਂ ਤਾਂ 7 ਆਇਲਸ ਅਕੈਡਮੀਜ਼ ਹਨ ਜੀ। ਚੰਡੀਗੜ੍ਹ 'ਚ ਹੈ, ਲੁਧਿਆਣੇ 'ਚ ਹੈ, ਜਲੰਧਰ 'ਚ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਹੈ, ਮੋਗਾ 'ਚ ਤੇਰੇ ਹੈਗੀ ਹੈ, ਬਠਿੰਡੇ ਹੈਗੀ ਹੈ, ਰੁਦਰਪੁਰ ਹੈਗੀ ਹੈ। ਸੋ ਮੋਗੇ ਪਹਿਲਾਂ ਜਿਹੜੀ ਮੋਗਾ ਤੋਂ ਗੱਲ ਕਰ ਰਹੀ ਤੇ ਮੈਨੂੰ ਮੋਗਾ ਹੀ ਨੀਅਰ ਪਏਗੀ। ਤੁਸੀਂ ਮੋਗਾ ਆਪਣੀ ਕਿੱਧਰ ਹੈਗੀ? ਬੇਟਾ ਮੋਗਾ ਇਹੀ ਕਹਿਣ ਲੱਗਾ, ਸਾਡੀ ਜਿਹੜੀ ਓਰੀਜਨਲ ਗੋ ਗਲੋਬਲ ਉੱਥੇ ਗੋ ਗਲੋਬਲ ਮੋਗਾ ਵੀ ਖੁੱਲਿਆ ਹੋਇਆ, ਉਹ ਸਾਡਾ ਨਹੀਂ ਹੈਗਾ। ਜਿਹੜਾ ਸਾਡਾ ਗੋ ਗਲੋਬਲ ਕੰਸਲਟੈਂਟਸ ਹੈ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸ਼ਹੀਦ ਭਗਤ ਸਿੰਘ ਮਾਰਕੀਟ ਹੈਗੀ ਹੈ, ਉਹਦੇ 'ਚ ਹੈਗਾ, ਉੱਪਰ ਬੋਰਡ ਲੱਗਾ ਹੋਇਆ, ਤੁਸੀਂ ਪਛਾਣ ਜਾਓਗੇ। ਸੋ ਆਇਲਸ ਕਰਾਵਾਂਗੇ, ਬਟ ਉਸ ਤੋਂ ਪਹਿਲਾਂ ਬੇਟਾ ਤੇਰਾ ਅਸੀਂ ਇੱਕ ਅਸੈਸਮੈਂਟ ਟੈਸਟ ਲੈਣਾ ਚਾਹਾਂਗੇ ਕਿ ਤੂੰ ਆਇਲਸ 'ਚ ਬਹਿ ਕੇ ਪੈਸੇ ਲਾਉਣੇ ਨੇ ਕਿ ਪਹਿਲਾਂ ਤੂੰ ਜਿਹੜੀ ਬੇਸਿਕਲੀ ਸ਼ੁਰੂ ਕਰੇ ਸਪੋਕਨ ਇੰਗਲਿਸ਼ ਤੋਂ ਜਾਂ ਗ੍ਰਾਮਰ ਤੋਂ। ਸੋ ਉਮੀਦ ਕਰਦਾ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਸੋ ਹਰਜੋਤ, ਇੱਥੇ ਮੇਰੀ ਇੱਕੋ ਰਿਕੁਐਸਟ ਹੈ ਪੰਜਾਬ ਨੂੰ, ਜਦੋਂ ਆਪਾਂ ਆਇਲ ਸੈਂਟਰਾਂ ਵੱਲ ਰੁਕ ਕਰਦੇ, ਕਾਪੀਆਂ ਚੱਕ ਕੇ, ਝੋਲੇ ਲੈ ਕੇ, ਪਿਓ ਦੇ ਪੈਸੇ ਲਾ ਕੇ, ਜੇ ਬੈਂਡ ਆਉਂਦੇ ਹੁੰਦੇ ਸਾਰੇ ਹੀ ਹਾਸਲ ਕਰ ਜਾਂਦੇ। ਬਿਲਕੁਲ 2-2 ਸਾਲ ਬੱਚਿਆਂ ਨੇ ਅਕੈਡਮੀ ਚਲਾਈ ਕਿਉਂਕਿ ਸੱਚ ਦਾ ਸਾਹਮਣਾ ਨਹੀਂ ਕੀਤਾ। ਆਇਲਸ ਪੰਜਾਬ ਦਾ ਐਡਾ ਵੱਡਾ ਵਪਾਰ ਹੈ, ਐਡਾ ਨਪਾਕ ਵਪਾਰ ਕਰਤਾ ਲੋਕਾਂ ਨੇ, ਹਰ ਇੱਕ ਨੂੰ ਵਾਅਦੇ ਕਰਤੇ ਜਾਂਦੇ। ਜਿਹੜੇ ਬੰਦੇ ਨੂੰ 10 ਸਾਲ 'ਚ ਸਕੂਲੇ ਇੰਗਲਿਸ਼ ਨਹੀਂ ਆਈ, 12 ਸਾਲ 'ਚ ਸਕੂਲੇ ਇੰਗਲਿਸ਼ ਨਹੀਂ ਆਈ, ਉਹਨੂੰ ਆਇਲਸ ਦੀ ਤਿਆਰੀ ਮਹੀਨੇ 2 ਮਹੀਨੇ 'ਚ ਨਹੀਂ ਹੋ ਸਕਦੀ। ਇਹ ਮੈਂ ਲਿਖ ਕੇ ਐਫੀਡੇਵਿਟ ਦੇਣ ਨੂੰ ਤਿਆਰ ਹਾਂ। ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਹਾਡੇ ਵੱਲੋਂ ਯਾਨੀ ਗੋ ਗਲੋਬਲ ਵੱਲੋਂ ਕਿਸ ਤਰੀਕੇ ਨਾਲ ਸਟੂਡੈਂਟ ਨੂੰ ਅਸੈਸ ਕਰਕੇ। ਹਰਜੋਤ, ਪਹਿਲਾ ਤਾਂ ਮੇਰਾ ਸਵਾਲ ਹੈ, ਮੈਂ ਹਮੇਸ਼ਾ ਕਹਿੰਦਾ ਨਾ ਵੀ ਸ਼ੀਸ਼ੇ ਖੜ ਕੇ ਮੂਹਰੇ ਦੇਖ ਲਓ, ਆਪਦੇ ਆਪ ਨੂੰ ਬੋਲ ਕੇ ਹੀ ਦੇਖ। ਆਪਾਂ ਨੂੰ ਕਿਤੇ ਪ੍ਰਤੱਖ ਨੂੰ ਪ੍ਰਮਾਣ ਵਾਲੀ ਗੱਲ ਨਹੀਂ ਹੈਗੀ। ਤੁਸੀਂ ਮੈਨੂੰ ਹੁਣੇ ਕੋ ਫ੍ਰੈਂਚ ਬੋਲਣਾ, ਮੈਨੂੰ 4 ਅੱਖਰ ਆਉਂਦੇ ਜਿਹੜੀ ਮੈਂ 20 ਸਾਲ ਪਹਿਲਾਂ ਪੜ੍ਹੀ ਸੀ। ਅੰਗਰੇਜ਼ੀ ਮੈਂ ਬੋਲ ਲੂੰਗਾ, ਅੱਜ ਪੂਰਾ ਸ਼ੋ ਅੰਗਰੇਜ਼ੀ 'ਚ ਕਰ ਲੂੰਗਾ। ਕੀ ਤੁਸੀਂ ਆਪਦੇ ਆਪ ਨਾਲ ਕੱਲੇ ਸ਼ੀਸ਼ੇ 'ਚ ਖੜ ਕੇ 15 ਮਿੰਟ ਗੱਲ ਕਰ ਸਕਦੇ ਹੋ? ਕੀ ਤੁਸੀਂ ਆਪ ਤੇ ਆਪ 250 ਵਰਡ 300 ਵਰਡ ਦਾ ਬਗੈਰ ਸਪੈਲਿੰਗ ਮਿਸਟੇਕ ਤੋਂ, ਬਗੈਰ ਗ੍ਰਾਮਰ ਤੋਂ, ਬਗੈਰ ਕਿਸੇ ਲੈਕਸੀਕਲ ਰਿਸੋਰਸ ਦੀ ਸ਼ਾਰਟੇਜ ਲਿਖ ਲਓਗੇ? ਅਕੈਡਮੀ ਦਾ ਕੀ ਕਸੂਰ? ਮੇਰੀ ਮੈਡਮ ਨੇ ਉੱਥੇ 6500 ਰੁਪਇਆ ਲੈਣਾ, ਕਿਤੇ 7500 ਰੁਪਏ ਲੈਣਾ, ਕਿਤੇ 9500 ਰੁਪਏ ਲੈਣਾ, ਉਹਨੇ ਵੀ ਕਹਿ ਦੇਣਾ ਆਪਕੇ ਬੈਂਡ ਆ ਜਾएंगे। मेरे दफ्तर ने भी यही कह देना आपके बैंड आ जाएंगे, आप जागरूक होवो। मेरी वाली मैडम ने भी शाम में जवाबदारी देनी भी अज किन्नियां सेलां होईयां, मेरा भी व्यापार है, राइट। बट आपां सच जाणीए। जे तुहानूं टीचर कहेगा ना जी तैनूं पहलां स्पोकन दी लोड़ है, ग्रामर दी लोड़ है, तुसीं कहना नहीं नहीं ये तां भाई लंबा काम करूगा, मेरी इनटेक मिस हो जानी। बच्चों ਦਾ ਸਵਾਲ ਹੁੰਦਾ, ਉਹਨੂੰ ਕਹੋ ਵੀ ਤੈਨੂੰ 4 ਮਹੀਨੇ ਲੱਗਣੇ ਆ, ਨਹੀਂ ਨਹੀਂ ਸਰ ਮੇਰੀ ਇਨਟੇਕ ਟੱਪ ਜੂਗੀ। ਲੈ ਲਓ ਇਨਟੇਕਾਂ ਵਾਲੇ ਸਵਾਦ। ਅੱਧਾ ਪੰਜਾਬ 2 ਸਾਲ ਤੋਂ 2019 ਤੋਂ 20 ਤੋਂ 5.5 ਬੈਂਡ ਦੇ ਭੰਬਲ ਪੂਸੇ 'ਚ ਪੈ ਕੇ ਮੁੜ ਕੇ ਪੈਕ ਜਾਣ ਏਜੰਟ ਕੋਲ ਘੁੰਮਦਾ। ਜੇ ਇਹੀ ਆਪਾਂ 6 ਮਹੀਨੇ ਵੱਧ ਲਾ ਕੇ ਪਹਿਲਾਂ ਸਪੋਕਨ ਕਰ ਲਈਏ, ਗ੍ਰਾਮਰ ਕਰ ਲਈਏ, ਪ੍ਰੀ ਆਇਲਸ ਕਰ ਲਈਏ, ਫਿਰ ਆਇਲਸ ਕਰੇ। ਆ ਓਲੰਪਿਕ ਖੇਡਣ ਗਈਆਂ ਟੀਮਾਂ, ਕਿੱਡੇ ਸਾਲ ਉਹਨਾਂ ਨੇ ਪ੍ਰੈਕਟਿਸ ਕਰੀ ਹੈ, ਕਿਹੜਾ ਕਾਲਜ ਚੋਂ ਨਿਕਲਦਾ ਸਰ ਪਹਿਲੇ ਸਾਲ ਓਲੰਪਿਕ ਲੈ ਗਏ। ਸੋ ਕਈ ਜਿਹੜੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ, ਭਰਾ ਮੇਰੇ, ਉਹਦੇ ਲਈ ਆਇਲਸ ਵਾਕਈ ਓਲੰਪਿਕ ਹੈ। ਇਹ ਜਿਹੜੇ ਭੰਬਲ ਭੁੱਸੇ ਵਾਲੀ ਗੱਲ ਕੀਤੀ ਨਾ, ਇਹ ਵੀ ਮੈਂ ਕਲੀਅਰ ਕਰਨਾ ਚਾਹੂੰਗੀ ਇਸ ਸ਼ੋਅ ਦੇ ਜ਼ਰੀਏ। ਕੁਝ ਕੰਸਲਟੈਂਟਸ ਇਹ ਰਾਏ ਦਿੰਦੇ ਨੇ ਕਿ 1 ਵਿੱਚ ਜਾਂ 2 ਵਿੱਚ 5.5 ਬੈਂਡ ਆਏ ਤਾਂ ਕੋਈ ਗੱਲ ਨਹੀਂ, ਤੁਹਾਡਾ ਕੈਨੇਡਾ ਦਾ ਹੋ ਜਾਏਗਾ। ਕੀ ਐਕਚੁਅਲੀ ਤਸਵੀਰ ਹੈ? ਦੇਖੋ ਤਸਵੀਰ ਇਹ ਹੈ, ਤੁਸੀਂ ਬਤੌਰ ਜਰਨਲਿਸਟ ਇੱਕ ਬੜਾ ਸੰਜੀਦਾ ਸਵਾਲ ਦਾ ਟੌਪਿਕ ਚੱਕਿਆ। 2
5.5 ਤੇ ਮੈਂ ਵੀ ਫਾਈਲ ਲਾਉਣਾ, 1.5 ਤੇ ਮੈਂ ਵੀ ਫਾਈਲ ਲਾਉਣਾ, ਮੈਂ ਲਾਉਣਾ, ਬਟ ਕਿੰਨਿਆਂ ਚੋਂ ਕਿੰਨੇ? ਉਦੋਂ ਅਸੀਂ ਉਸ ਕੇਸ 'ਚ ਕਹੀਦਾ ਹੈ ਵੀ ਜਦੋਂ ਕਲਾਇੰਟ ਜਾਂ ਬੱਚਾ ਜਾਂ ਪਰਿਵਾਰ ਕਹਿੰਦੇ ਭਾਜੀ ਇਹਦੇ ਵਸਦੀ ਨਹੀਂ ਜਿਹਨੇ ਜ਼ੋਰ ਲਾ ਲਿਆ, ਪਹਿਲੀ ਮੇਰੀ ਸਲਾਹ ਹੁੰਦੀ ਮੁਲਕ ਬਦਲ ਲਓ, ਯੂਕੇ ਜਾਂਦੇ ਰਹੋ, ਬਟ ਹਰ ਬੰਦਾ ਤਕਦੀਰ ਉਹਦਾ ਕਾਰਨ ਹੈ। ਜੋ ਮੈਂ ਅੱਜ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ 1.5 ਨਾਲ ਵੀਜ਼ਾ ਨਹੀਂ ਆਏਗਾ, ਕਿਉਂਕਿ 1.5 ਨਾਲ ਜਾਂ 2.5 ਨਾਲ ਵੀਜ਼ੇ ਮੇਰੇ ਕੋਲੇ ਵੀ ਹੈਗੇ ਆ, ਪੀਟੀ ਦੇ ਨਾਲ ਵੀਜ਼ੇ ਮੇਰੇ ਕੋਲੇ ਵੀ ਹੈਗੇ ਆ, 7 ਬੈਂਡ ਦੀ ਰਿਫਿਊਜ਼ਲ ਵੀ ਹੈ। ਐਮਬੈਸੀ ਨੇ ਕਿਹਾ ਇਟ ਇਜ਼ ਐਨਕਰੇਜਡ, ਉਹਨਾਂ ਨੇ ਕਿਤੇ ਨਹੀਂ ਕਿਹਾ ਇਟ ਇਜ਼ ਮੈਂਡੇਟਰੀ। ਨਾਨ ਐਸਡੀਐਸ ਕੈਟਾਗਰੀ ਉਹਨਾਂ ਨੇ ਪਾਈ। ਸਰਕਾਰੀ ਪਬਲਿਕ ਕਾਲਜ ਜਿਨ੍ਹਾਂ ਨੂੰ ਵਰਕ ਰਾਈਟਸ ਹੈ ਉਹ 5.5 ਤੇ ਬੱਚਾ ਲੈ ਰਹੇ ਆ। ਮੈਂ ਕੌਣ ਹੁੰਨਾ ਡਿਸਾਈਡ ਕਰਨ ਵਾਲਾ ਕਿ 5.5 ਤੇ ਵੀਜ਼ਾ ਨਹੀਂ ਆਊਗਾ? ਹਾਂ, ਇਹ ਡਿਸਾਈਡ ਕਰਨ ਵਾਲੇ ਬਾਜ਼ਾਰ 'ਚ ਬਹੁਤ ਬੈਠੇ ਕਿ 5.5 ਤੇ ਵੀਜ਼ਾ ਪੱਕਾ ਆ ਜਾਊਗਾ। ਮੇਰੀ ਇੱਕ ਸਦੀਆਂ ਪੁਰਾਣੀ ਕਹਾਵਤ ਉਹ ਕੈਸਟ ਵਾਂਗੂ ਚਲਾ ਦਿੰਦਾ, ਸਾਡੇ ਵੇਲੇ ਰੀਲ ਹੁੰਦੀ ਸੀ, ਉਹ ਰੀਲ ਵੀ ਕਿਸ ਕੀ, ਗੋਡ ਐਂਡ ਫਰਾਡ ਕੈਨ ਓਨਲੀ ਗਰੰਟੀ ਵੀਜ਼ਾ। ਗੋਡ ਜਾਂ ਫਰਾਡ ਤੁਹਾਨੂੰ ਵੀਜ਼ਾ ਦੀ ਗਰੰਟੀ ਦੇ ਸਕਦੇ ਆ, ਬਾਕੀ ਸਿਰਫ ਐਫਰਟ ਦੀ। ਜੀ ਅਗਲੇ ਕਾਲਰ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕਮਲਜੀਤ ਕੋਲ ਗੱਲ ਕਰ ਰਹੀ ਹਾਂ। ਹਾਂਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੋਗਾ ਤੋਂ ਗੱਲ ਕਰ ਰਹੀ ਸੀ। ਹਾਂਜੀ ਕਮਲ, ਸਤਿ ਸ਼੍ਰੀ ਅਕਾਲ, ਕੀ ਸਵਾਲ ਆ ਤੁਹਾਡਾ? ਸਰ ਮੇਰੇ ਮੇਰੀ ਸਿਸਟਰ ਦਾ ਵੀਜ਼ਾ ਤੁਹਾਡੇ ਆਫਿਸ ਤੋਂ ਲੱਗਿਆ ਸੀ। ਥੈਂਕ ਯੂ ਕਮਲ, ਥੈਂਕ ਯੂ। ਕਿਹੜੇ ਸਾਲ 'ਚ ਗਈ ਸੀ ਗੁੱਡੀ? ਸਰ 2 ਇਅਰਸ ਹੋ ਗਿਆ। ਚਲੋ ਖੁਸ਼ ਆ ਉੱਥੇ, ਠੀਕ ਹੈ, ਹੈਪੀ? ਹਾਂਜੀ ਵਧੀਆ। ਹਾਂਜੀ, ਕੀ ਸਵਾਲ ਹੈ ਬੇਟਾ ਤੁਹਾਡੇ ਮਨ 'ਚ? ਸਰ ਮੈਂ ਆਪਣਾ ਯੂਕੇ ਦਾ ਅਪਲਾਈ ਕਰਨਾ ਚਾਹੁੰਦੀ ਸੀ। ਕੀ ਪੜ੍ਹੇ ਹੋਏ ਹੋ ਕਮਲ, ਤੇ ਕੀ ਆਇਲਸ ਸਕੋਰ ਹੈ, ਕੁਆਲੀਫਿਕੇਸ਼ਨ ਕੀ ਹੈ, ਗੈਪ ਕਿੰਨਾ? ਸਰ ਮੈਂ +2 ਕੀਤੀ ਹੋਈ ਹੈ। ਕਿਹੜੇ ਸਾਲ 'ਚ ਕਮਲ, ਕਿਹੜੇ ਸਾਲ 'ਚ? ਸਰ 19 ਪਾਸ ਆਊਟ ਆ। ਠੀਕ ਹੈ, ਤੇ ਉਸ ਤੋਂ ਬਾਅਦ ਆਇਲਸ ਸਕੋਰ ਕਿੰਨਾ? ਆਇਲਸ ਕੀਤੀ ਹੋਈ 6.5 ਨੋਟ ਲੈਸ ਦੈਨ 5.5 ਹੈ। ਠੀਕ ਹੈ, ਯੂਕੇ ਅਪਲਾਈ ਕਰ ਸਕਦੀ ਹਾਂ? ਬਿਲਕੁਲ ਯੂਕੇ ਅਪਲਾਈ ਕਰ ਸਕਦੀ ਹਾਂ। ਸੋ ਬਾਕੀ ਦਾ ਸਵਾਲ ਦਾ ਜਵਾਬ ਸਕਰੀਨ ਤੇ ਲੈ ਲਿਓ, ਕਿਉਂਕਿ ਵਿੱਚ ਕਾਲਾਂ ਵੇਟ ਕਰਦੀਆਂ। ਯੂਕੇ ਵੀਜ਼ਾਸ ਦੇ ਰਿਹਾ। ਪਿੱਛੇ ਜੇ ਪੰਜਾਬ 'ਚ ਇੱਕ ਚਿੱਠੀ ਘੁੰਮ ਰਹੀ ਜਿਸ 'ਚ ਕਿਹਾ ਗਿਆ ਸੀ ਪੰਜਾਬ ਹੈਜ਼ ਬੀਨ ਬੈਨਡ, ਇੱਕ ਪਰਟੀਕੂਲਰ ਯੂਨੀਵਰਸਿਟੀ ਨੇ ਬੈਨ ਲਵਾਇਆ, ਲਵਾਉਣ ਵਾਲੇ ਵੀ ਕੰਸਲਟੈਂਟ ਹੈ। ਅੱਜ ਯੂਕੇ ਦੀ ਗੱਲ ਪੰਜਾਬ 'ਚ ਕਿਉਂ ਨਹੀਂ ਹੁੰਦੀ? ਯੂਕੇ ਕਿਹੜਾ ਸਪਾਊਸ ਵੀਜ਼ਾ ਨਹੀਂ ਦੇ ਰਿਹਾ, ਯੂਕੇ ਕਿਹੜਾ ਪੀਜੀ ਵੀਜ਼ਾ ਨਹੀਂ ਦੇ ਰਿਹਾ, ਯੂਕੇ ਕਿਹੜਾ ਅੰਡਰ ਗ੍ਰੈਜੂਏਟ ਵੀਜ਼ਾ ਨਹੀਂ ਦੇ ਰਿਹਾ, ਯੂਕੇ ਕਿਹੜਾ ਅੱਜ ਵੀ ਕੈਸ਼ ਨਹੀਂ ਇਸ਼ੂ ਕਰ ਰਿਹਾ। ਪ੍ਰੋਬਲਮ ਸਾਡੇ 'ਚ ਹੈ, ਉਹਨਾਂ 'ਚ ਨਹੀਂ ਹੈ। ਪੈਕੇਜ ਵਾਲੀ ਮਾਰਕੀਟ ਨੇ 14 ਲੱਖ 15 ਲੱਖ 18 ਲੱਖ ਰੁਪਈਆ ਲੈ ਲਿਆ ਤੁਹਾਡੇ ਤੋਂ, ਇਹ ਕਹਿ ਕੇ ਕਿ ਤੁਹਾਨੂੰ ਭੇਜ ਦਾਂਗੇ, ਤੁਹਾਡੀ ਫੀਸ ਭਰਤੀ, ਫੀਸ ਭਰੀ ਨਹੀਂ, ਫੀਸ 3 ਮਹੀਨਿਆਂ ਦੀ ਗਈ, ਤੁਸੀਂ ਜਾ ਕੇ ਉੱਥੇ ਪੈਸੇ ਬਾਕੀ ਦੇ ਨਹੀਂ ਭਰ ਸਕੇ। ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਯੂਨੀਵਰਸਿਟੀਆਂ ਤੁਹਾਡੇ ਤੇ ਵਿਸ਼ਵਾਸ ਕਰਨ? ਯੈਸ, ਮੈਜੋਰਿਟੀ ਯੂਨੀਵਰਸਿਟੀਜ਼ ਨੇ ਕਹਿਤਾ ਜੀ ਪੰਜਾਬ ਦਾ ਬੱਚਾ ਪੂਰੀ ਫੀਸ ਦੇ ਕੇ ਆਊਗਾ ਤਾਂ ਲਾਂਗੇ, ਨਹੀਂ ਤਾਂ ਨਹੀਂ ਲਾਂਗੇ। ਅੱਜ ਵੀ ਓਵਰਆਲ 5.5 ਨਾਲ ਯੂਕੇ ਦੇ ਬਹੁਤ ਪਾਥਵੇਜ਼ ਹੈ। ਅੱਜ ਵੀ ਓਵਰਆਲ 6 ਇੱਕ 'ਚ 5.5 ਨਾਲ ਮਾਸਟਰਸ ਦੇ ਪ੍ਰੀ ਮਾਸਟਰਸ ਦਾ ਲਾ ਕੇ ਵੀਜ਼ਾਸ ਹੈ। ਯੂਕੇ ਬੰਦ ਨਹੀਂ ਹੋਇਆ, ਯੂਕੇ ਦੀ ਐਡ ਬੰਦ ਹੋਈ ਹੈ। ਹੁਣ ਮੇਰੀ ਵਰਗੀ ਕੰਪਨੀ ਦੇ ਵਸਦਾ ਨਹੀਂ ਫੁੱਲ ਪੇਜ ਐਡ ਦੇਣੀ ਜਾਂ ਕਰੋੜਾਂ ਰੁਪਈਆ ਟੀਵੀ ਤੇ ਲਾਉਣਾ, ਕਿਉਂਕਿ ਤਾਂ ਆਪਣੀ ਹੱਕ ਲਾਲ ਦੀ ਕੰਸਲਟੈਂਸੀ ਲੈਣੀ ਹੈ, ਰਾਈਟ? ਸੋ ਯੂਕੇ ਬੰਦ ਨਹੀਂ ਹੈਗਾ ਜੀ, ਯੂਕੇ ਵੀਜ਼ਾਸ ਦੇ ਜੀ ਅਗਲੇ ਕਾਲਰ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ। ਹਾਂਜੀ ਜਲੰਧਰ ਤੋਂ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੇਰੇ ਨਾ ਬੇਟੇ ਨੇ +2 ਕੀਤੀ ਹੈ ਹੁਣ, ਤੇ 92% ਨੰਬਰ ਆਏ ਆ ਉਹਦੇ ਜੀ। ਅਸੀਂ ਉਹਦੇ ਨਾਲ ਕੈਨੇਡਾ ਦਾ ਲਗਾਉਣਾ ਚਾਹੁੰਦੇ ਹਾਂ। ਅੱਛਾ ਜੀ, ਤੇ ਮੈਂ ਉਹਦੇ ਬਾਰੇ ਪੁੱਛਣਾ ਕਿ ਕਿੱਦਾਂ, ਮਤਲਬ ਕੀ ਕਰੀਏ ਉਹਦਾ? ਬ੍ਰਦਰ ਦੇ ਸਬਜੈਕਟਸ ਕੀ ਹੈ ਜੀ? +2 ਹੁਣੇ ਕੀਤੀ ਹੈ, ਸਬਜੈਕਟਸ ਕੀ ਹੈ, ਅਕੈਡਮਿਕ ਮਾਰਕਸ ਕੀ ਹੈ ਈਚ ਸਬਜੈਕਟ ਵਾਈਜ਼? ਕਾਮਰਸ ਦੇ ਵਿੱਚ ਰੱਖੀ ਸੀ ਉਹਨਾਂ ਨੇ ਜੀ। ਕਾਮਰਸ 'ਚ। ਹੁਣ ਉਹ ਪੜ੍ਹਨਾ ਕੀ ਚਾਹੁੰਦਾ ਕਿ ਬਿਜ਼ਨਸ ਮੈਨੇਜਮੈਂਟ, ਈ ਕਾਮਰਸ, ਲੌਜਿਸਟਿਕ, ਅਕਾਊਂਟਸ, ਫਾਈਨੈਂਸ, ਇੰਸ਼ੋਰੈਂਸ, ਕੀ ਪੜ੍ਹਨਾ ਕੀ ਚਾਹੁੰਦਾ? ਇੰਟਰਸਟ ਕੀ ਹੈ ਬੱਚੇ? ਇਹਦੇ ਬਾਰੇ ਨਾ ਸਾਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ। ਤਾਂ ਤੁਸੀਂ ਮੈਨੂੰ ਜਲੰਧਰ ਆਫਿਸ ਮਿਲ ਸਕਦੇ ਹੋ। ਜਲੰਧਰ ਮੇਰਾ ਆਫਿਸ ਪਿਮਸ ਹਸਪਤਾਲ ਦੇ ਸਾਹਮਣੇ ਹੈ, ਗੜਾ ਰੋਡ ਦੇ ਉੱਪਰ, ਔਰ ਮੈਂ ਉੱਥੇ ਹਰ ਮੰਗਲਵਾਰ ਆਪ ਮਿਲਦਾ। ਹਰ ਮੰਗਲਵਾਰ ਤੁਹਾਨੂੰ ਮੈਂ ਆਪਣੇ ਜਲੰਧਰ ਆਫਿਸ 'ਚ ਮਿਲੂੰਗਾ। ਸੋ ਤੁਸੀਂ ਉੱਥੇ ਆ ਸਕਦੇ ਹੋ, ਨਹੀਂ ਤਾਂ ਮੇਰਾ ਨੰਬਰ ਹੈ 95 571 95 571 ਤੇ ਤੁਸੀਂ WhatsApp ਕਰਕੇ ਵੀ ਆਪ ਦੇ ਡਾਕੂਮੈਂਟਸ ਭੇਜ ਸਕਦੇ ਹੋ। ਸੋ ਸਾਡਾ YouTube ਚੈਨਲ ਤੇ ਵੀ ਮੈਂ ਇੱਕ ਸ਼ੋਅ ਕੋਰਸਸ ਤੇ ਕਰਨ ਜਾ ਰਿਹਾ ਜੀ ਸਪੈਸ਼ਲ, ਤੁਸੀਂ ਉਹ ਜ਼ਰੂਰ ਦੇਖ ਸਕਦੇ ਹੋ। ਸਾਡਾ YouTube ਹੈ ਗੋ ਗਲੋਬਲ ਕੰਸਲਟੈਂਟਸ ਦੇ ਨਾਮ ਤੇ YouTube ਚੈਨਲ ਵੀ ਹੈਗਾ, ਔਰ ਚੈਨਲ ਦੇ ਨਾਮ ਤੇ ਵੀ ਤੁਸੀਂ ਸ਼ੋਅ ਦੇਖ ਸਕਦੇ ਹੋ। ਸੋ ਸਵਾਲ ਇਹ ਹੈ, ਕੋਰਸਸ ਦੀ ਕਮੀ ਨਹੀਂ ਹੈ, ਉਮੀਦ ਕਰਦਾ ਤੁਹਾਨੂੰ ਤੁਹਾਡਾ ਉੱਤਰ ਮਿਲ ਗਿਆ। ਸੋ ਹਰਜੋਤ, ਪ੍ਰੋਬਲਮ ਕੀ ਹੈ? ਕਿੰਨੇ ਦਿਨਾਂ ਬਾਅਦ ਇੱਕ ਸਵਾਲ ਕੋਰਸ ਦਾ ਹੈ। ਸਵਾਲ ਕੀ ਹੈ? ਰਿਫਿਊਜ਼ਲ ਹੈ। ਸਵਾਲ ਕੀ ਹੈ ਕਿ ਮੈਂ ਜਾ ਸਕਦਾ ਕਿ ਨਹੀਂ। ਸਵਾਲ ਕੀ ਹੈ? ਫਲਾਈਟਾਂ ਕਦੋਂ ਚੱਲਣਗੀਆਂ? ਜਿਹੜੇ ਅਗਲੇ ਬੈਠੇ ਉਹਨਾਂ ਨੂੰ ਪਿਛਲੀ ਫਲਾਈਟ ਨਾਲ ਜਾਂ ਪਿਛਲੀ ਚੀਜ਼ ਦਾ ਕਾਹਦਾ ਲਾਹਾ ਹੈ? ਲਾਹਾ ਤਾਂ ਉਹਨਾਂ ਨੂੰ ਕੋਰਸ ਦਾ ਹੋਣਾ। ਜਿਸ ਦਿਨ ਕੋਰਸ ਚੰਗਾ ਕਰਨਗੇ, ਕੱਲ ਨੂੰ ਕੀ ਲੱਗਦਾ ਆਪਾਂ ਨੂੰ ਕੈਨੇਡਾ 'ਚ ਕੋਰਸ ਦੀ ਵੈਲਿਊ ਨਹੀਂ ਹੈ, ਜਾਂ USA 'ਚ ਕੋਰਸ ਦੀ ਵੈਲਿਊ ਨਹੀਂ ਹੈ, ਜਾਂ UK 'ਚ ਕੋਰਸ ਦੀ ਵੈਲਿਊ ਨਹੀਂ ਹੈ, ਜਾਂ ਨਿਊਜ਼ੀਲੈਂਡ 'ਚ ਕੋਰਸ ਦੀ ਵੈਲਿਊ ਨਹੀਂ ਸੀਗੀ, ਜਾਂ ਆਸਟ੍ਰੇਲੀਆ ਨੇ ਕੋਰਸ ਦੇ ਆਧਾਰ ਤੇ ਡਿਕਲਾਈਨਸ ਨਹੀਂ ਕੀਤੀਆਂ। ਪੜ੍ਹਾਈ ਤੋਂ ਲੈ ਕੇ
ਪੀਆਰ ਨੂੰ ਸਾਨੂੰ ਕਿਵੇਂ ਲੱਗਦਾ ਹੈ ਕਿ ਵੀਜ਼ਾ ਮੰਜ਼ਿਲ ਹੈ? ਵੀਜ਼ਾ ਮੰਜ਼ਿਲ ਨਹੀਂ ਹੈ, ਮੰਜ਼ਿਲ ਤੋਂ ਦਾ ਤੁਹਾਡੀ ਪੀਆਰ ਹੈ। ਵੀਜ਼ਾ ਤੁਹਾਡੇ ਸੰਘਰਸ਼ ਦੀ ਸ਼ੁਰੂਆਤ ਹੈ, ਜਿਹਦੇ ਆਪਾਂ ਲੱਡੂ ਵੰਡਦੇ ਆ। ਇਹ ਇੱਕ ਸ਼ੁਰੂਆਤ ਹੈ ਉਸ ਔਖੀ ਘੜੀ ਦੀ, ਇੱਕ ਔਖੇ ਸੰਘਰਸ਼ ਦੀ ਜਿਹਨੂੰ ਤੁਸੀਂ ਝੇਲਦੇ ਹੋ, ਜਿਹਦੇ ਲਾਹੇਮੰਦ ਵੀ ਤੁਸੀਂ ਹੋ ਔਰ ਸ਼ਲਾਘਾਯੋਗ ਵੀ ਤੁਸੀਂ ਹੋ। ਔਰ ਮੈਂ ਸਲਾਮ ਕਰਦਾ ਪੰਜਾਬ ਦੇ ਸੈਂਕੜਾ ਲੱਖਾਂ ਬੱਚਿਆਂ ਨੂੰ ਜਿਨ੍ਹਾਂ ਨੇ ਜਾ ਕੇ ਉਹ ਸੰਘਰਸ਼ ਕਰਕੇ ਉੱਥੇ ਕਾਮਯਾਬੀਆਂ ਪਾਈਆਂ। ਬਟ ਆਂਦਾ ਸਮੇਂ ਬਦਲ ਰਿਹਾ। ਉਹ ਇੱਕ ਟਾਈਮ ਤੇ ਕੈਨੇਡਾ 2009 ਚ ਸ਼ੁਰੂ ਹੋਇਆ ਸੀ, ਪੰਜਾਬ ਚੋਂ ਵੀ ਭਾਰਤ ਸ਼ੁਰੂ ਕੀਤਾ ਸੀ SDS ਚ। ਅੱਜ ਕਈ ਮੁਲਕ ਪਾਤੇ, ਇਸ਼ਾਰਿਆਂ ਨੂੰ ਸਮਝੋ ਜੀ। ਹੈਲੋ ਹੈਲੋ ਹਾਂਜੀ, ਗੁੱਡ ਈਵਨਿੰਗ ਮੈਮ। ਹਾਂਜੀ, ਵੈਰੀ ਗੁੱਡ ਈਵਨਿੰਗ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਮਨਪ੍ਰੀਤ ਗੱਲ ਕਰ ਰਹੀ ਹਾਂ ਮੈਮ, ਮੋਗਾ ਬ੍ਰਾਂਚ। ਹਾਂਜੀ ਹਾਂਜੀ, ਹੈਲੋ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਮੈਮ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਕੈਨੇਡਾ ਸਟੂਡੈਂਟ ਵੀਜ਼ਾ ਦੇ ਲਈ ਅਪਲਾਈ ਕਰਵਾਉਣਾ ਹੈ। ਅੱਛਾ ਜੀ, ਕੀ ਮੈਂ ਕੁਆਲੀਫਿਕੇਸ਼ਨ? ਜੈਨਿੰਗ ਵੀਕ ਲਈ ਅਪਲਾਈ ਕਰ ਸਕਦੀ ਹਾਂ? ਬੇਟਾ ਕੀ ਪੜ੍ਹੇ ਹੋਏ ਹੋ? ਆਇਲਸ ਕੀਤਾ ਹੋਇਆ? ਕੀ ਕੁਆਲੀਫਿਕੇਸ਼ਨ ਹੈ ਤੁਹਾਡੀ? ਸਰ ਮੇਰੀ +2 ਕੀਤੀ ਹੋਈ ਹੈ ਮੈਡੀਕਲ ਦੇ ਨਾਲ। ਕਿਹੜੇ ਈਅਰ ਚ ਕੀਤੀ ਹੈ ਜੀ? ਕਾਲ ਕੱਟ ਗਈ। ਜਨਵਰੀ ਇਨਟੇਕ ਬਿਲਕੁਲ ਅਪਲਾਈ ਕਰ ਸਕਦੇ ਹੋ। ਜਨਵਰੀ ਵੀ ਓਪਨ ਹੈ ਤੇ ਕਈ ਥਾਵਾਂ ਤੇ ਮਈ ਵੀ ਓਪਨ ਹੈ। ਸੋ ਪ੍ਰੋਬਲਮ ਕੀ ਹੈ, ਆਪਾਂ ਲੋਕਾਂ ਦੇ ਟੀਵੀ ਸ਼ੋਜ਼ ਜਾਂ ਜਿੰਨੇ ਪੀਪੀਆਰਾਂ ਚ ਉਲਝੇ ਹੋਏ ਆ, ਫਲਾਈਟਾਂ ਬੈਨ ਤੇ ਉਲਝੇ ਹੋਏ ਆ, ਇਹ ਭੁੱਲ ਗਏ ਕਿ ਅੱਗੇ ਕਿਹੜੀ ਉਲਝਣ ਆਉਣੀ। ਹਰਜੋਤ, ਆਉਂਦਾ ਹੋਇਆ ਸਮੇਂ ਕੀ ਇਸ਼ਾਰਾ ਕਰ ਰਿਹਾ? ਆਂਦੇ ਹੋਏ ਸਮੇਂ ਦੇ ਵਿੱਚ ਆਪਾਂ ਨੂੰ ਕੀ ਦਿੰਦਾ ਵੀ ਕਿਹੜੇ ਆਧਾਰ ਤੇ ਬੱਚਾ ਜਾਊਗਾ, ਕਿਹੜੀ ਇਨਟੇਕ ਮਿਲੂਗੀ? ਹਰ ਵੇਲੇ ਬੱਚਾ ਡੈਫਰ ਹੋ ਰਿਹਾ। ਮੈਂ ਇੱਥੇ ਇਹ ਚੀਜ਼ ਜ਼ਰੂਰ ਪੁੱਛਣਾ ਚਾਹੂੰਗੀ, ਜੋ ਪਿੱਛੇ ਨੇ ਰੀਸੈਂਟ ਇਨੀ ਸਾਰੀ ਰਿਫਿਊਜ਼ਲਸ ਆਈਆਂ ਨੇ, ਉਸ ਨੂੰ ਮੇਨ ਅਸੀਂ ਉਸਦੇ ਵਿੱਚ ਰੀਜ਼ਨ ਕੀ ਲੱਭ ਸਕਿਆ? ਹਰਜੋਤ ਸਭ ਦੀਆਂ ਕੈਲਕੂਲੇਸ਼ਨ ਅਟਕਲ ਹੈ। ਜਿਹੜਾ ਮਾਰ ਰਿਹਾ ਆਪਦੇ ਤੁੱਕੇ ਟੱਲੇ, ਕਿਸੇ ਕੋਲੇ ਕੋਈ ਸਪਸ਼ਟ ਮੈਸੇਜ ਤੁੱਕੇ ਟੱਲੇ। ਅਸੀਂ ਕੰਸਲਟੈਂਟ ਨੇ ਆਪਸ ਚ ਡਾਟਾ ਸ਼ੇਅਰ ਕਰਕੇ ਵੀ ਗੱਲ ਕਰਕੇ ਦੇਖ ਲਈ, ਅਸੀਂ ਜ਼ੂਮ ਕਾਲਾਂ ਵੀ ਕਰ ਲਈਆਂ, 5-7 ਕੰਸਲਟੈਂਟ ਨੇ, ਕਿਸੇ ਨਿਸ਼ਕਰਸ਼ ਤੇ ਨਹੀਂ ਪਹੁੰਚ ਸਕੇ। ਕਾਲਰ ਲਾਈਨ ਤੇ ਨੇ, ਗੱਲ ਕੰਟੀਨਿਊ ਰੱਖਾਂਗੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਮੇਰਾ ਨਾਮ ਅਮਨ ਹੈ, ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਸੀ। ਹਾਂਜੀ ਅਮਨ, ਬੋਲੋ ਜੀ, ਕੀ ਸਵਾਲ ਹੈ ਤੁਹਾਡੇ ਮਨ ਚ ਬੇਟਾ? ਸਰ ਮੈਂ ਪੁੱਛਣਾ ਸੀਗਾ ਕਿ ਅਗਰ ਮੈਂ US ਦਾ ਅਗਰ ਅਪਲਾਈ ਕਰਵਾਉਣੀ ਹੈ ਤੁਹਾਡੇ ਤੋਂ, ਤੁਸੀਂ ਮੈਨੂੰ ਜਿਹੜੀ ਇੰਟਰਵਿਊ ਹੁੰਦੀ ਹੈ ਐਮਬੈਸੀ ਦੇ ਵਿੱਚ, ਉਹਦੀ ਤੁਸੀਂ ਤਿਆਰੀ ਕਰਵਾਓਗੇ ਤੁਸੀਂ? ਬਿਲਕੁਲ ਬੇਟਾ। USA ਦੇਖੋ, ਇੱਕ ਜੇ ਆਪਾਂ US ਦੇ ਇਤਿਹਾਸ ਨੂੰ ਮਾੜਾ ਜਿਹਾ ਫਰੋਲੀਏ, US ਹਮੇਸ਼ਾ ਇੰਟਰਵਿਊ ਬੇਸਡ ਵੀਜ਼ਾ ਪ੍ਰੋਸੈਸ ਹੈ, ਰਾਈਟ? US ਦੇ ਵਿੱਚ ਤੈਨੂੰ ਘੱਟੋ ਘੱਟ ਇੱਕ ਮੌਕਾ ਮਿਲਦਾ ਹੈ ਇਹ ਕਹਿਣ ਦਾ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਬੇਟਾ? ਸਰ ਮੇਰੀ ਨਾ ਐਸੀ ਸਾਲ ਹੀ +2 ਕੰਪਲੀਟ ਹੋਈ ਹੈ। ਕਿਹੜੀ ਸਟਰੀਮ ਚ ਹੈ? ਹੈਗੀ ਆਰਟਸ ਨਾਲ। ਆਰਟਸ ਨਾਲ ਹੈ। ਪੜ੍ਹਨਾ ਕੀ ਚਾਹਨੀ? US ਦੇ ਵਿੱਚ ਸਾਡੇ ਕੋਲੇ ਫਾਈਨ ਆਰਟਸ ਵਰਗੇ, ਵਿਜ਼ੂਅਲ ਆਰਟਸ ਵਰਗੇ, ਹੌਸਪਿਟੈਲਿਟੀ ਵਰਗੇ ਬਹੁਤ ਸਾਰੇ ਪ੍ਰੋਗਰਾਮਸ ਅਵੇਲੇਬਲ ਹੈ। ਤੂੰ ਮੇਰੀ ਅੰਮ੍ਰਿਤਸਰ ਬ੍ਰਾਂਚ ਵਿਜ਼ਿਟ ਕਰ ਲੈ, ਉੱਥੇ ਮੈਮ ਨੂੰ ਮਿਲ ਲੈ ਜਾ ਕੇ। ਔਰ ਸਾਡਾ ਜਿਹੜਾ ਆਫਿਸ ਹੈ ਉਹ ਰਣਜੀਤ ਐਵੀਨਿਊ ਦੇ ਵਿੱਚ ਹੈਗਾ, ਅਜੀਤ ਹਸਪਤਾਲ ਦੇ ਵਿੱਚ ਸਾਹਮਣੇ ਹੈ। ਔਰ ਮੈਂ ਮਹੀਨੇ 'ਚ 2 ਵਾਰੀ ਉੱਥੇ ਆਪ ਵੀ ਹੁੰਨਾ, ਤੂੰ ਮੈਮ ਨਾਲ ਟਾਈਮ ਫਿਕਸ ਕਰਕੇ ਵਿਜ਼ਿਟ ਕਰ ਸਕਦੀ ਹੈ। ਸੋ US ਦੀ ਇੱਥੇ ਗੱਲਬਾਤ ਚਲਾਵਾਂਗਾ ਜੀ, ਕਾਲ ਬਾਅਦ ਚ ਲੈਂਦੇ ਆ। USA ਨੇ ਜੋ ਬਾਈਡਨ ਤੇ ਆਉਣ ਤੋਂ ਬਾਅਦ ਇੱਕ ਇਨਕਲੀਨੇਸ਼ਨ ਦਿੱਤੀ, ਬਟ ਪੰਜਾਬ ਨੇ ਉਹਦਾ ਵਪਾਰੀਕਰਨ ਕਰਤਾ। ਕਿਉਂਕਿ ਜਦੋਂ US ਤੋਂ ਰਿਫਿਊਜ਼ਲ ਆਈ, ਹਰ ਬੰਦਾ ਕੈਨੇਡਾ ਤੋਂ ਬਾਅਦ ਰਿਫਿਊਜ਼ਲ ਤੋਂ USA ਐਕਸਪਰਟ ਬਣ ਗਿਆ। US ਪਹਿਲਾਂ ਵੀ ਸੀਗਾ, US ਅੱਜ ਵੀ ਹੈ, US ਕੱਲ ਵੀ ਰਹੂਗਾ। US ਦਾ ਗ੍ਰਾਂਟ ਰੇਟ ਵਧਿਆ। ਕਿਉਂ ਵਧਿਆ? ਕਿਉਂਕਿ ਸੰਜੀਦਾ ਬੱਚੇ ਨੇ ਅਪਲਾਈ ਕੀਤਾ। ਇਹ ਜਿਹੜੇ ਆਪਣੇ ਕੰਸਲਟੈਂਟ ਜਿਨ੍ਹਾਂ ਨੇ US ਦਾ ਜਿੱਦਾਂ ਰੌਲਾ ਪਾਇਆ, ਜਿਹਨੂੰ ਕਹਿੰਦੇ ਮਿੱਟੀ ਬਲੇਤ ਕਰ ਦੇਣਗੇ, ਮਲੀਆਮੇਟ ਕਰ ਦੇਣਗੇ। ਜਦੋਂ ਪੂਅਰ ਕੁਆਲਿਟੀ ਐਪਲੀਕੇਸ਼ਨ ਜਾਊਗੀ, ਪੂਰੇ ਪੰਜਾਬ 'ਚ 20 ਯੂਨੀਵਰਸਿਟੀਆਂ ਹੁੰਦੀਆਂ, ਉਹਨਾਂ ਦੀ I-20 ਲੱਗੀ ਜਾਂਦੇ ਕਿਉਂਕਿ ਮੁਫਤ ਮਿਲਦੀ ਹੈ। ਕਿਉਂਕਿ ਕੰਸਲਟੈਂਟ ਜਿਹੜਾ ਹੈਗਾ ਉਹ ਪੈਸੇ ਕਮਾਉਣਾ ਚਾਹੁੰਦਾ, ਬੱਚਾ ਪੈਸੇ ਖਰਚਣਾ ਨਹੀਂ ਚਾਹੁੰਦਾ। ਸੋ ਇੱਕੋ 14 ਵੀਜ਼ਾ ਅਫਸਰ ਹੈ ਦਿੱਲੀ ਦੇ ਵਿੱਚ, ਜੋ ਮੇਰਾ ਖਿਆਲ ਹੈ। ਉਹਨਾਂ 14 ਕੋਲੇ ਜੇ 1000 ਐਪਲੀਕੇਸ਼ਨ ਗਈ, ਉਹਨਾਂ ਕੋ ਗੁਣ ਲੋ ਕਿੰਨੀ ਵਾਰੀ ਐਪਲੀਕੇਸ਼ਨ ਵਾਲੀ 1 2 3 4 ਕੱਢ ਲਓ ਪ੍ਰੋਬੇਬਿਲਿਟੀ। ਜੇ ਉਹੀ ਯੂਨੀਵਰਸਿਟੀ 5 ਵਾਰੀ ਨਿਕਲ ਆਈ, ਤੁਹਾਡੀ ਰਿਸਰਚ ਕਿੱਥੇ ਗਈ? ਕਿ ਅਗਲਾ ਬੇਵਕੂਫ ਹੈ, ਅਗਲਾ ਨਹੀਂ ਸਮਝਦਾ। US ਕੰਬੈਸੀ ਜਿਹੜੀ ਪਰਚੇ ਕਰਾਉਂਦੀ ਲੋਕਾਂ ਤੇ, ਨਕਲੀ ਕਾਗਜ਼ ਫੜਨ ਜਾਂਦਾ, US ਕੌਂਸੂਲੇਟ ਪਰਚੇ ਕਰਾਉਂਦੀ, ਛਨੱਕੇ ਆਪਣੇ ਤੋਂ ਪੁਲਿਸ ਚੱਕ ਕੇ ਲਿਜਾਉਂਦੀ ਹੈ ਜੇ ਆਪਾਂ ਨਕਲੀ ਕਾਗਜ਼ ਲਾਉਂਦੇ। ਸੱਚ ਬੋਲੋ। US 5 ਸਾਲ ਗੈਪ, 4 ਸਾਲ ਗੈਪ, ਐਕਸਪੀਰੀਅੰਸ ਕਰੋ, ਐਕਸਪਲੇਨ ਕਰੋ ਕਿ ਜੀ ਮੈਂ ਆਹ ਕੀਤਾ, ਮੈਂ ਸਿੰਗਾਪੁਰ ਤੋਂ ਪੜ੍ਹ ਕੇ ਆਇਆ, ਮੈਂ ਆ ਕੇ ਜਲੰਧਰ ਅੰਮ੍ਰਿਤਸਰ ਨੌਕਰੀ ਕੀਤੀ, ਛੋਟੀ ਨੌਕਰੀ ਕੀਤੀ, ਅੱਜ ਮੈਂ ਪੜ੍ਹਨਾ ਚਾਹਨਾ, ਮੈਂ M.Tech ਕੀਤੀ, ਮੈਂ B.Tech ਕੀਤੀ, ਮੈਂ ਨੌਕਰੀ ਕੀਤੀ, ਮੈਂ ਜਾਣਾ ਚਾਹਨਾ, ਮੈਂ 2 ਸਾਲ ਦੇ ਵਿੱਚ ਕੀ ਕੀਤਾ, ਮੈਂ ਕੋਵਿਡ ਕਰਕੇ ਕਿਵੇਂ ਖਰਾਬ ਹੋਇਆ, ਜਾਂ ਮੇਰੀ ਕੈਨੇਡਾ ਰਿਫਿਊਜ਼ਲ ਹੋਈ, ਮੇਰੀ ਅਭਾਗੀ ਰਿਫਿਊਜ਼ਲ ਸੀਗੀ, ਮੈਂ ਅੱਜ ਅਪਲਾਈ ਕਰਨਾ ਚਾਹੁੰਦਾ। ਕਰੋ, ਛੁਪਾ ਕੇ ਨਾ ਕਰਿਓ। ਕੈਨੇਡਾ ਤੇ USA ਬਾਰਡਰ ਸ਼ੇਅਰ ਕਰਦੇ ਆ। ਰਹੀ ਇੰਟਰਵਿਊ ਦੀ ਤਿਆਰੀ ਦੀ ਗੱਲ, ਇੰਟਰਵਿਊ ਇਜ਼ ਦ ਬੈਕਬੋਨ। ਹੁਣ ਜਿਹੜਾ ਮਰਜ਼ੀ ਵਕੀਲ ਹੋਵੇ, ਵੱਡਾ ਤੋਂ ਵੱਡਾ, ਗਵਾਹੀ ਦੀ ਤਿਆਰੀ ਕਰ ਸਕਦਾ, ਗਵਾਹੀ ਦੇ ਨਹੀਂ ਸਕਦਾ। ਜਾਣਾ ਤੁਸੀਂ ਆਪ ਹੈ। ਸੋ ਇਹ ਚੀਜ਼ ਦੀ ਐਡਵਾਂਟੇਜ। ਇੱਥੇ ਵੀ ਇੱਕ ਸਵਾਲ ਹੁੰਦਾ ਜੋ ਲੋਕਾਂ ਨੂੰ ਮੈਂ ਕਿਹਾ ਜੀ 2 ਮਹੀਨੇ ਨਾਲ ਮੇਰੇ ਕੋਲ ਸਪੋਕਨ ਪੜ੍ਹ ਫ੍ਰੀ ਪੜ੍ਹਾ ਦੂੰ। ਨਹੀਂ ਸਰ, ਛੇਤੀ ਲੈ ਦਿਓ ਇੰਟਰਵਿਊ, ਕਿਤੇ ਡੇਟ ਨਾ ਟੱਪ ਜੇ। ਸੋ ਭਰਾ ਮੇਰੇ, ਇੰਗਲਿਸ਼ 'ਚ ਹੋਣੀ ਹੈ, ਵਿਦਆਊਟ IELTS US ਬਿਲਕੁਲ ਪੋਸੀਬਲ ਹੈ, ਪਰ ਇੰਟਰਵਿਊ ਇੰਗਲਿਸ਼ 'ਚ ਹੋਣੀ ਹੈ, ਪੰਜਾਬੀ 'ਚ ਨਹੀਂ ਹੋਣੀ। ਬਿਲਕੁਲ, ਕਿਉਂਕਿ ਜਦੋਂ ਤੋਂ ਕੈਨੇਡਾ ਵਿੱਚ ਰਿਫਿਊਜ਼ਲਸ ਲੱਗਣੀਆਂ ਸ਼ੁਰੂ ਹੋਈਆਂ, ਸਭ ਨੇ ਸੋਚਿਆ ਸ਼ਾਇਦ ਸਾਡੇ ਲਈ USA ਜੋ ਹੈ ਸੇਫ ਸਾਈਡ ਰਹੇਗੀ, ਲੇਕਿਨ ਉਸ ਦੇ ਲਈ ਵੀ
ਇੰਟਰਵਿਊ ਤਾਂ ਤੁਹਾਨੂੰ ਪ੍ਰਿਪੇਅਰ ਕਰਨਾ ਹੀ ਪਏਗਾ, ਖੁਦ ਦਾ ਕੌਨਫੀਡੈਂਸ ਬਿਲਡ ਕਰਨਾ ਪਏਗਾ, ਜਿਵੇਂ ਕਿ ਗੋ ਗਲੋਬਲ ਵੱਲੋਂ ਵੀ ਜੋ ਹੈ ਪੂਰਾ ਪ੍ਰਿਪੇਅਰ ਕੀਤਾ ਜਾਂਦਾ ਸਟੂਡੈਂਟਸ ਨੂੰ। ਅਗਰ ਤੁਸੀਂ ਯੂਐਸਏ ਲਈ ਫਾਈਲ ਲਗਾਉਂਦੇ ਹੋ ਤਾਂ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਹੋਰ ਕਿ ਅੱਜ ਦੀ ਡੇਟ ਵਿੱਚ ਆਪਾਂ ਯੂਐਸਏ ਦੀ ਵੀ ਗੱਲ ਕੀਤੀ, ਕੈਨੇਡਾ ਤੋਂ ਇਲਾਵਾ ਹੁਣ ਯੂਐਸਏ ਔਰ ਯੂਕੇ ਨੂੰ ਹੋਰ ਜ਼ਿਆਦਾ ਐਕਸਪਲੇਨ ਮੈਂ ਚਾਹੂੰਗੀ ਕਰੀਏ। ਯੂਐਸਏ ਯੂਕੇ ਜੀ। ਦੋਨੋਂ ਇੱਕ ਜਿਹੜੀਆਂ ਕੰਟਰੀਜ਼ ਆ ਜਿਨ੍ਹਾਂ ਨੇ ਇੱਕ ਬੜਾ ਵੱਡਾ ਵਰਡ ਯੂਜ਼ ਕੀਤਾ ਜਿਹਨੂੰ ਪੰਜਾਬ ਸਮਝਦਾ ਨਹੀਂ ਪਿਆ, ਜੀ। ਸਟੈਮ। ਜੀ ਗੂਗਲ ਕਰਿਓ ਅੱਜ ਸਟੈਮ ਜੜ ਨੂੰ ਕਹਿੰਦੇ ਪਰ ਉਹਨਾਂ ਦਾ ਮਤਲਬ ਹੋਰ ਹੈ, ਰਾਈਟ? ਸਟੈਮ ਕਿਉਂ, ਵਾਈ, ਇਹ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਉਹਨਾਂ ਨੇ ਕਿਉਂ ਕਿਹਾ, ਉਹਨਾਂ ਨੇ ਇੱਕ ਲਿਸਟ ਬਣਾਈ ਜਿਹੜੇ ਬੰਦਿਆਂ ਦੀ ਅੱਜ ਕੱਲ ਪਰਸੋਂ ਜਾਂ 5-7 ਸਾਲਾਂ ਨੂੰ ਲੋੜ ਪੈਣੀ ਹੈ, ਉਹਨਾਂ ਨੂੰ ਤਰਜੀਹ ਦਿੱਤੀ, ਪ੍ਰਾਇੋਰਟੀ ਦਿੱਤੀ, ਇੰਪੋਰਟੈਂਸ ਦਿੱਤੀ। ਅੱਜ ਯੂਕੇ ਦੇ ਵਿੱਚ ਤੁਹਾਡੇ ਕੋਲੇ ਇਹੋ ਜਿਹੇ ਪ੍ਰੋਗਰਾਮਸ ਹੈ ਜਿਹੜੇ ਬੜੇ ਰੀਜ਼ਨੇਬਲੀ ਪ੍ਰਾਈਸਡ ਹੈ। ਯੂਐਸ ਦੇ ਵਿੱਚ ਯੂਨੀਵਰਸਿਟੀਆਂ $4000 ਤੋਂ ਲੈ ਕੇ $1,00,000 ਤੱਕ ਜਾਂਦੀਆਂ, ਕੋਈ ਤਾਂ ਫਰਕ ਹੋਊਗਾ। ਯੂਐਸਏ ਦੇ ਵਿੱਚ ਮੇਰੇ ਕੋਲੇ MBA $5500 ਤੇ ਵੀ ਹੈ, ਯੂਐਸਏ 'ਚ ਮੇਰੇ ਕੋਲੇ MBA $1,00,000 ਤੇ ਵੀ ਜਿਹਦੀ ਐਡਮਿਸ਼ਨ ਨਹੀਂ ਮਿਲਣੀ, ਰਾਈਟ? ਸੋ ਯੂਐਸ ਤੇ ਯੂਕੇ ਪੜ੍ਹਾਈ ਦਾ ਸਮੁੰਦਰ ਹੈ। ਕੈਨੇਡਾ 'ਚ ਕੀ ਹੋਇਆ, ਕੈਨੇਡਾ ਦੇ ਵਿੱਚ ਸੈੱਲ ਹੋਈ ਲੋਕੇਸ਼ਨ ਬਰੈਂਪਟਨ, ਸਰੀ, ਟੋਰਾਂਟੋ, ਰਾਈਟ, ਓਵਰਆਲ ਜਾਂ ਵੈਂਕੂਵਰ ਓਵਰਆਲ ਜਾਂ ਮੌਂਟਰੀਅਲ, ਇਹ 5 ਸ਼ਹਿਰਾਂ ਦੇ ਕਾਲਜ ਆਪਣੇ ਆਪ ਭਰਤੇ ਗਏ। ਯੂਐਸ ਦੇ ਵਿੱਚ ਲਗਭਗ 7000 ਹਾਇਰ ਐਜੂਕੇਸ਼ਨ ਇੰਸਟੀਚਿਊਟ ਹੈ, 4700 ਦੇ ਕੋਲ ਹਾਇਰ ਐਜੂਕੇਸ਼ਨ ਇੰਸਟੀਚਿਊਟ ਹੈ, 2700 ਦੇ ਕੋਲ ਲਗਭਗ ਯੂਨੀਵਰਸਿਟੀ ਕਾਲਜ ਨੇ ਜਿਹੜੇ ਡਿਗਰੀ ਕਰਾਉਂਦੇ ਨੇ। ਸੋ ਕੋਈ ਕਾਰਨ ਰਿਹਾ ਹੋਊਗਾ, ਕੋਈ ਤਾਂ ਕਾਰਨ ਹੋਊਗਾ। ਯੂਐਸ ਦਾ ਐਜੂਕੇਸ਼ਨ ਸਿਸਟਮ ਵੱਖਰਾ ਹੋਊਗਾ, ਮੇਜਰਸ ਕੀ ਹੈ, ਮਾਈਨਰਸ ਕੀ ਹੈ। ਯੂਕੇ ਤੇ ਯੂਐਸ ਦੋ ਕੰਟਰੀ ਜਿਹੜੇ ਮੇਜਰ ਮਾਈਨਰ ਦੀ ਗੱਲ ਕਰਦੀਆਂ, ਰਾਈਟ? ਕਿਉਂਕਿ ਆਪਾਂ ਡਿਗਰੀ 'ਚ ਜਾ ਰਹੇ ਹਾਂ, ਰਾਈਟ? ਕੈਨੇਡਾ ਆਪਾਂ ਡਿਪਲੋਮਾ ਜਾਂਦੇ ਹਾਂ, ਸੋ ਚਾਹੇ IT ਦਾ ਚਾਹੇ ਕੋਈ ਹੈ, ਉਹ ਇੱਕ ਡਿਫਰੈਂਟ ਬਾਲ ਗੇਮ ਹੈ। ਔਰ ਦੋਨਾਂ ਥਾਵਾਂ ਤੇ ਤੁਸੀਂ ਇੰਟਰਵਿਊ ਨਹੀਂ ਫੇਸ ਕਰਨੀ। ਯੂਕੇ 'ਚ ਬਹੁਤ ਘੱਟ ਆਣੀ, ਯੂਐਸ 'ਚ ਗਰੰਟਿਡ ਕਰਨੀ ਹੈ। ਯੂਐਸ 'ਚ ਹੱਥ ਲਾਣ ਵੀ ਜਾਣਾ ਨਾ, ਪਾਣੀ ਪੀਣ ਵੀ ਜਾਣਾ, ਤਾਂ ਇੰਟਰਵਿਊ ਤਾਂ ਹੋਣੀ ਹੈ। ਜਿਹੜਾ ਮਰਜ਼ੀ ਦਿੱਗਜ ਹੋਵੇ, ਯੂਐਸ ਦੀ ਇੰਟਰਵਿਊ ਦੇ ਉੱਤੇ ਬਗੈਰ ਉਹ ਯੂਐਸ ਨਹੀਂ ਜਾ ਸਕਦਾ। ਬਿਲਕੁਲ। ਸੋ ਇਸ ਲਈ ਆਪਣੇ ਆਪ ਨੂੰ ਪ੍ਰਿਪੇਅਰ ਪਹਿਲਾਂ ਹੀ ਰੱਖੋ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਵਾਰ ਦੱਸਦਾ ਕਿ ਗੋ ਗਲੋਬਲ ਦੇ ਜੋ ਆਫਿਸਿਸ ਨੇ, ਬ੍ਰਾਂਚਿਸ ਨੇ, ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਗਾ ਤੇ ਰੁਦਰਪੁਰ ਨੇ। ਜਿੱਥੇ ਤੁਹਾਨੂੰ ਨੇੜੇ ਲੱਗਦਾ ਉੱਥੇ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰੋ। ਕਾਲਰ ਲਾਈਨ ਤੇ ਨੇ ਨੈਕਸਟ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਲੁਧਿਆਣਾ ਤੋਂ ਗੱਲ ਕਰ ਰਹੀ ਹਾਂ, ਮੇਰਾ ਨਾਮ ਪ੍ਰਿਆ ਆ। ਹਾਂਜੀ ਮੈਮ, ਮੈਂ ਪੁੱਛਣਾ ਸੀਗਾ, ਮੈਂ ਨਾ ਪਹਿਲਾਂ ਸਤੰਬਰ ਇਨਟੇਕ ਲਈ ਅਪਲਾਈ ਕੀਤਾ ਸੀ ਤੇ ਮੇਰੀ ਰਿਫਿਊਜ਼ਲ ਆ ਗਈ ਸੀਗੀ। ਪ੍ਰਿਆ ਥੋੜੀ ਛੇਤੀ ਕਰਿਓ ਕਿਉਂਕਿ ਸ਼ੋਅ ਦਾ ਟਾਈਮ ਖਤਮ ਹੋ ਰਿਹਾ। ਤੁਸੀਂ ਸਪਟੈਂਬਰ ਲਈ ਅਪਲਾਈ ਕੀਤਾ, ਤੁਹਾਡੀ ਰਿਫਿਊਜ਼ਲ ਆ ਗਈ। ਕੀ ਆਇਲ ਸਕੋਰ ਸੀ, ਕਿਹੜਾ ਕਾਲਜ ਸੀ? ਜੀ ਹੈਲੋ ਪ੍ਰਿਆ, ਤੁਹਾਡਾ ਕਿਹੜਾ ਕਾਲਜ ਸੀ, ਕਿਹੜਾ ਕੋਰਸ ਸੀ ਤੇ ਆਇਲ ਸਕੋਰ ਕਿੰਨਾ ਸੀਗਾ? ਸਰ, ਮੇਰਾ ਕੈਨੇਡਾ ਕਾਲਜ ਸੀਗਾ ਤੇ ਮੇਰੀ ਓਵਰਆਲ 6.5 ਨਾਟ ਲੈਸ ਦੈਨ 6 ਸਕੋਰ ਸੀਗੀ। ਔਰ ਕੋਰਸ HM ਲਿਆ ਸੀਗਾ, ਮੈਂ ਆਰਟਸ ਰੱਖੀ ਹੋਈ ਸੀ। ਆਰਟਸ ਰੱਖੀ ਹੋਈ ਸੀਗੀ। ਦੁਬਾਰਾ ਅਪਲਾਈ ਕਰਨਾ ਚਾਹਨੀ ਹੈ? ਮੈਨੂੰ ਲੁਧਿਆਣਾ ਆਫਿਸ 'ਚ ਮਿਲੀ ਆ ਕੇ। ਸੋ ਤੇ ਮੈਂ ਇੱਕ ਵਾਰ ਤੁਹਾਨੂੰ ਵੀ ਮਿਲਣਾ ਚਾਹੁੰਦੀ ਹਰ ਸ਼ੁੱਕਰਵਾਰ ਨੂੰ ਰਾਈਟ, ਹਰ ਸ਼ੁੱਕਰਵਾਰ ਪ੍ਰਿਆ ਮੈਂ ਲੁਧਿਆਣਾ ਆਫਿਸ ਦੇ ਵਿੱਚ ਹੁੰਨਾ, ਸੋ ਤੁਸੀਂ ਮੈਨੂੰ ਲੁਧਿਆਣੇ ਆ ਕੇ ਮਿਲ ਸਕਦੇ ਹੋ। ਸੋ ਤੁਹਾਡੇ ਮਨ 'ਚ ਕੋਈ ਸਵਾਲ ਸਟੂਡੈਂਟ ਵੀਜ਼ਾ ਨੂੰ ਲੈ ਕੇ ਇਹਨਾਂ 3-4 ਕੰਟਰੀਜ਼ ਨੂੰ ਹੈਗੀ ਹੈ? ਮੇਰੇ ਕੋਲ ਸ਼ੋਅ ਤੇ ਬਾਰ-ਬਾਰ ਇਸ਼ਾਰਾ ਹੋ ਰਿਹਾ ਕਿ ਸ਼ੋਅ ਬਹੁਤ ਲੰਬਾ ਨਹੀਂ ਵਧਾ ਪਾਣਗੇ, ਸੋ ਬਾਕੀ ਜੋ ਹਰਜੋਤ ਦਾ ਡਿਸੀਜਨ। ਜੀ ਬਿਲਕੁਲ। ਮੈਂ ਪਰ ਜ਼ਰੂਰ ਚਾਹੂੰਗੀ ਕਿ ਜਾਂਦੇ ਜਾਂਦੇ ਅਸੀਂ ਸਟੂਡੈਂਟਸ ਨੂੰ ਸਹੀ ਤਰੀਕੇ ਨਾਲ ਹੋਰ ਗਾਈਡੈਂਸ ਦੇ ਸਕੀਏ ਕਿ ਅੱਜ ਦੇ ਟਾਈਮ ਵਿੱਚ ਜੋ ਕਿਉਂਕਿ ਹੁਣ +2 ਦੇ ਰਿਜ਼ਲਟਸ ਆ ਚੁੱਕੇ ਨੇ, ਤਾਂ ਹੁਣ ਸਟੂਡੈਂਟਸ ਜਿਹੜੇ ਫਰੈਸ਼ ਬਿਲਕੁਲ ਆਪਣੀ ਫਾਈਲਸ ਲਗਾਉਣ ਜਾ ਰਹੇ ਨੇ, ਕਨਫਿਊਜ਼ ਨੇ, ਕੈਨੇਡਾ ਲਗਾਈਏ ਕਿਤੇ ਰਿਫਿਊਜ਼ਲ ਤਾਂ ਨਹੀਂ ਆ ਜਾਏਗੀ, ਜਾਂ ਯੂਐਸਏ ਜਾਈਏ? ਹਰਜੋਤ, ਜਿਹੜਾ ਬੱਚਾ ਕੈਨੇਡਾ ਦੇ ਕੈਪੇਬਲ ਹੋ, ਬਿਲਕੁਲ ਕੈਨੇਡਾ ਟਰਾਈ ਕਰੋ। ਜਿਹੜਾ ਯੂਐਸ ਜਾ ਕੇ ਪੜ੍ਹ ਕੇ ਕਰੀਅਰ ਬਣਾਉਣਾ ਚਾਹੁੰਦਾ, ਯੂਐਸ ਉਹੀ ਅਪਲਾਈ ਕਰਿਓ। ਜਾਂ ਜਿਹੜੇ ਭਗਤ ਦੇ 5.5 ਰਹਿ ਰਹੇ 2 'ਚ ਕੈਨੇਡਾ ਨਹੀਂ ਆ ਰਿਹਾ, ਉਹ ਕਹਿੰਦਾ ਵੀ ਇੱਕ ਵਾਰੀ ਮੈਂ ਯੂਐਸਏ ਪਹੁੰਚ ਜਾਗਾ, ਕਿਉਂਕਿ ਯੂਐਸਏ ਦੇ ਵੀਜ਼ੇ ਤੋਂ ਬਾਅਦ ਦੁਨੀਆ ਭਰ ਦੇ ਬਾਰਡਰਸ ਲਗਭਗ ਬੰਦੇ ਲਈ ਓਪਨ ਹੋ ਜਾਂਦੇ ਆ। ਸੋ ਕਿਸੇ ਵੀ ਕੰਟਰੀ ਜਾਈਏ, ਕਿਸੇ ਵੀ ਕੋਰਸ 'ਚ ਅਪਲਾਈ ਕਰੀਏ, ਕਿਸੇ ਵੀ ਕੰਸਲਟੈਂਟ ਦੇ ਥਰੂ ਕਰੀਏ, ਆਪਣੀ ਰਿਸਰਚ ਨੂੰ ਮੋਹਰੇ ਰੱਖਣਾ, ਨਾ ਕਿ ਸਾਡੀ ਕਹੀ ਹੋਈ ਗੱਲਾਂ ਤੇ। ਮੇਰੀਆਂ ਗੱਲਾਂ ਵੀ ਸਬਜ਼ਬਾਗ ਹੋ ਸਕਦੀਆਂ, ਬਲਾਈਂਡਲੀ ਭਰੋਸਾ ਨਾ ਕਰਿਓ। ਜੀ ਬਿਲਕੁਲ। ਸੋ ਹੁਣ ਕਾਲਸ ਜੋ ਲਗਾਤਾਰ ਆ ਰਹੀਆਂ, ਲੇਕਿਨ ਸਾਡੇ ਕੋਲ ਸਮਾਂ ਹੋਰ ਨਹੀਂ ਬਚਿਆ, ਪਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਤੁਸੀਂ ਵੀ ਬਿਲਕੁਲ ਜੈਨੂਇਨ ਵੇ ਦੇ ਨਾਲ ਆਪਣੀ ਫਾਈਲ ਲਗਾਓ, ਕਦੀ ਵੀ ਫੇਕ ਡਾਕੂਮੈਂਟਸ ਵੱਲ ਨਾ ਜਾਇਆ ਕਰੋ। ਤੇ ਜੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ, ਸਕਰੀਨ ਤੇ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸਦਾ ਕਿ ਗੋ ਗਲੋਬਲ ਦੇ ਜੋ ਬ੍ਰਾਂਚਿਸ ਨੇ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਗਾ ਤੇ ਰੁਦਰਪੁਰ ਹੈ। ਤੁਸੀਂ ਇੱਥੇ ਪਹੁੰਚ ਕੇ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਪਹੁੰਚੋ, ਤਾਂ ਕਿ ਤੁਹਾਡੇ ਡਾਕੂਮੈਂਟਸ ਦੇਖ ਕੇ ਸਹੀ ਤਰੀਕੇ ਨਾਲ ਅਸੈਸ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ ਕਿਹੜੀ ਮੰਜ਼ਿਲ ਤੁਹਾਡੇ ਲਈ ਬੈਸਟ ਰਹਿਣ ਵਾਲੀ ਹੈ, ਕਿਹੜੀ ਆਪਸ਼ਨ ਤੁਹਾਡੇ ਲਈ ਬੈਸਟ ਰਹਿਣ ਵਾਲੀ ਹੈ, ਤੇ ਤੁਸੀਂ ਉਸ ਆਪਸ਼ਨ ਨੂੰ ਅਪਣਾ ਕੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਹੋਏ ਅਸੀਂ ਇਜਾਜ਼ਤ ਲਈਏ ਸਾਰੇ ਦਰਸ਼ਕਾਂ ਤੋਂ, ਤੇ ਨਾਲ ਦੀ ਨਾਲ ਹੁਣ ਮੈਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।